नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम ओपन हाउस विद टीम अरोड़ा ਦੇ ਨਾਲ मैं हाँ तरनजीत कौर घुमन हाज़र जी लैके ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਰੀਅਲ ਸਟੇਟ ਮਾਰਕੀਟ ਦੇ ਵਿੱਚ। ਸੋ ਜਿਵੇਂ ਕਿ ਸਾਰੇ ਜਾਣਦੇ ਨੇ ਇਸ ਵਕਤ ਵੱਖ-ਵੱਖ ਮੁਲਕਾਂ ਦੀਆਂ ਗੱਲਾਂ ਬਾਤਾਂ ਕਾਫੀ ਜ਼ਿਆਦਾ ਗਰਮਾਈਆਂ ਹੋਈਆਂ ਨੇ, ਮਾਹੌਲ ਕਾਫੀ ਗਰਮਾਇਆ ਹੋਇਆ, ਪਰ ਅਜਿਹੇ ਦੇ ਵਿੱਚ ਜਿਹੜੇ ਮੁੱਖ ਮੁੱਦੇ ਨੇ ਉਹਨਾਂ ਬਾਰੇ ਵੀ ਗੱਲ ਕਰਨਾ ਬਹੁਤ ਜ਼ਰੂਰੀ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਅਫੋਰਡੇਬਲ ਹਾਊਸਿੰਗ ਦੇ ਬਾਰੇ ਵਿੱਚ। ਇੱਕ ਅਜਿਹਾ ਮੁੱਦਾ ਹੈ ਜਿਹੜਾ ਕਿ ਜਿਹੜੀ ਮਰਜ਼ੀ ਇਲੈਕਸ਼ਨਸ ਹੋਵੇ ਉਹਦੇ ਉੱਤੇ ਗਰਮਾਇਆ ਹੋਇਆ, ਤੇ ਜਦੋਂ ਮੁੱਦੇ ਦੀ ਗੱਲਬਾਤ ਆਉਂਦੀ ਹੈ ਤਾਂ ਅਫੋਰਡੇਬਲ ਹਾਊਸਿੰਗ ਦੇ ਬਾਰੇ ਵਿੱਚ ਸਾਡੇ ਪ੍ਰਧਾਨ ਮੰਤਰੀ ਤੋਂ ਲੈ ਕੇ ਸਾਡੇ ਪ੍ਰੀਮੀਅਰ ਤੋਂ ਲੈ ਕੇ ਸਾਡੇ ਮੇਅਰ ਤੱਕ ਕੀ ਕਰ ਰਹੇ ਨੇ ਇਸ ਦੇ ਬਾਰੇ ਵਿੱਚ ਇਹਦੇ ਬਾਰੇ ਗੱਲਬਾਤ ਕਰਾਂਗੇ। ਨਾਲ ਹੀ ਗੱਲ ਕਰਾਂਗੇ ਇਸ ਵਕਤ ਜੀਟੀਏ ਦੀ ਖਾਸ ਤੌਰ ਤੇ ਰੈਂਟਲ ਮਾਰਕੀਟ ਤੇ ਰੀਅਲ ਸਟੇਟ ਮਾਰਕੀਟ ਕਿਸ ਤਰੀਕੇ ਨਾਲ ਚੱਲ ਰਹੀ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ, ਲੇਟੈਸਟ ਅਪਡੇਟ ਦਵਾਂਗੇ। ਤੇ ਅੱਜ ਤਾਜ਼ਾ ਖਬਰ ਆਈ ਹੈ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਗ੍ਰੀਨ ਬੈਲਟ ਨੂੰ ਲੈ ਕੇ ਇੱਕ ਬਿਆਨ ਸਾਹਮਣੇ ਆਇਆ। ਕੀ ਉਹ ਬਿਆਨ ਹੈ ਉਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਸੋ ਇਹਨਾਂ ਮੁੱਦਿਆਂ ਉੱਤੇ ਗੱਲਬਾਤ ਵੀ ਕਰਾਂਗੇ। ਜੇਕਰ ਤੁਹਾਡਾ ਰੀਅਲ ਸਟੇਟ ਨੂੰ ਲੈ ਕੇ ਕੋਈ ਵੀ ਸਵਾਲ ਹੈ ਜਾਂ ਆਪਣੀ ਕੋਈ ਗੱਲ ਰੱਖਣਾ ਚਾਹੁੰਦੇ ਹੋ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਟੀਮ ਅਰੋੜਾ ਤੋਂ ਪ੍ਰਵੀਨ ਅਰੋੜਾ ਜੀ ਤੇ ਸ਼ਮਸ਼ੇਰ ਢਿੱਲੋਂ ਜੀ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡੇ ਦੋਵਾਂ ਦਾ। ਤਰਨ ਜੀ ਮੇਰੇ ਵੱਲੋਂ ਹਮਦਰਦ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਹਮਦਰਦ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਸਰ? ਬਹੁਤ ਵਧੀਆ। ਹਾਲਾਂਕਿ ਖਬਰਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਸੁਰਖੀਆਂ ਵਿੱਚ ਕੁਝ ਹੋਰ ਛਾਈਆਂ ਹੋਈਆਂ ਨੇ, ਪਰ ਕਹਿੰਦੇ ਆ ਕਿ ਮੁੱਦੇ ਵੀ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਕਈ ਵਾਰੀ ਇਲੈਕਸ਼ਨਸ ਤੋਂ ਧਿਆਨ ਭਟਕਾਉਣ ਲਈ ਇਹੋ ਜਿਹੀਆਂ ਗੱਲਾਂ ਵੀ ਚੱਲ ਪੈਂਦੀਆਂ ਨੇ, ਪਰ ਜਦੋਂ ਮੁੱਦਿਆਂ ਦੀ ਗੱਲ ਆਉਂਦੀ ਹੈ ਕੈਨੇਡਾ ਵਿੱਚ ਸਭ ਤੋਂ ਵੱਡਾ ਮੁੱਦਾ ਹੈਗਾ ਹਾਊਸਿੰਗ ਨੂੰ ਲੈ ਕੇ। ਹਾਊਸਿੰਗ ਦੀ ਜਦੋਂ ਗੱਲ ਆਉਂਦੀ ਹੈ ਜੀਟੀਏ ਦੀ ਮਾਰਕੀਟ ਸਭ ਤੋਂ ਹੌਟ ਮਾਰਕੀਟ ਹੈ। ਕੀ ਹਾਲ ਨੇ ਜੀਟੀਏ ਦੀ ਰੀਅਲ ਸਟੇਟ ਮਾਰਕੀਟ ਦੇ? ਜੀਟੀਏ ਦੀ ਮਾਰਕੀਟ ਤਰਨ ਜੀ ਇਸ ਤਰ੍ਹਾਂ ਕਿ ਜਿਵੇਂ ਪਿੱਛੇ ਜਿਹੜਾ ਇੰਟਰਸਟ ਰੇਟ ਹੋਲਡ ਕੀਤਾ ਗਿਆ ਜੀ, ਉਹਦਾ ਜਿਵੇਂ ਲੋਕੀ ਸੋਚ ਰਹੇ ਸੀ ਕਿ ਵੀ ਸ਼ਾਇਦ ਮਾਰਕੀਟ ਦੇ ਉੱਪਰ ਬਹੁਤ ਜ਼ਿਆਦਾ ਇੰਪੈਕਟ ਪਏਗਾ, ਉਹ ਚੀਜ਼ ਤਾਂ ਨਹੀਂ ਹੋਏਗੀ। ਓਕੇ, ਮਤਲਬ ਨੰਬਰ ਆਫ ਸੇਲਸ ਵਧੀਆ ਨੇ ਪਰ ਥੋੜੀਆਂ ਵਧੀਆ ਨੇ। ਮਤਲਬ ਇਹ ਨਹੀਂ ਕਿ ਨੰਬਰ ਆਫ ਸੇਲਸ ਬਹੁਤ ਜ਼ਿਆਦਾ ਵਧੀਆ ਨੇ। ਔਰ ਦੂਜੀ ਜਿਹੜੀ ਚੀਜ਼ ਆ ਇਨਵੈਂਟਰੀ ਆ ਉਹ ਥੋੜਾ ਉੱਪਰ ਜਾਣਾ ਸ਼ੁਰੂ ਹੋ ਗਈ ਆ। ਮਤਲਬ ਉਹ ਵੀ ਕੋਈ ਇਦਾਂ ਨਹੀਂ ਹੈ ਕਿ ਵੀ ਬਹੁਤ ਜ਼ਿਆਦਾ ਉੱਪਰ ਜਾ ਰਹੀ ਹੈ ਇਨਵੈਂਟਰੀ। ਨਾ ਤਾਂ ਇਨਵੈਂਟਰੀ ਬਹੁਤ ਜ਼ਿਆਦਾ ਉੱਪਰ ਗਈ ਹੈ ਤੇ ਨਾ ਹੀ ਨੰਬਰ ਆਫ ਸੇਲਸ ਬਹੁਤ ਜ਼ਿਆਦਾ ਉੱਤੇ ਗਈਆਂ ਨੇ। ਥੋੜੀਆਂ ਨੰਬਰ ਆਫ ਸੇਲਸ ਨੇ ਜਿਹੜੀਆਂ ਜ਼ਰੂਰ ਇੰਪਰੂਵ ਹੋਈਆਂ ਨੇ। ਬਾਕੀ ਜੇ ਆਪਾਂ ਗੱਲ ਕਰੀਏ ਪ੍ਰਾਈਸਿਸ ਦੇ ਬਾਰੇ, ਪ੍ਰਾਈਸਿਸ ਜਿਵੇਂ ਕਹਿ ਲਓ ਕਿ ਇੱਕ ਤਰ੍ਹਾਂ ਖੜ ਗਏ ਨੇ ਹੁਣ, ਮਤਲਬ ਔਰ ਉਹਦੇ ਚੋਂ ਖੜੇ ਵੀ ਨਹੀਂ ਹੈ। ਆਪਾਂ ਇਹ ਵੀ ਗੱਲ ਕਹਿ ਸਕਦੇ ਵੀ ਜਿੱਥੇ ਕਿਤੇ ਕੋਈ ਸੈਲਰ ਕਾਫੀ ਮੋਟੀਵੇਟਡ ਆ, ਕਿਉਂਕਿ ਪਾਸਟ ਦੇ ਵਿੱਚ ਕਾਫੀ ਲੋਕਾਂ ਨੇ ਬਾਇੰਗਸ ਕੀਤੀਆਂ ਹੋਈਆਂ ਨੇ ਇਦਾਂ ਦੀਆਂ ਜਿਹੜੀਆਂ ਕਿ ਉਹਨਾਂ ਨੂੰ ਹੁਣ ਕਲੋਜ਼ ਕਰਾਉਣੀਆਂ ਜ਼ਰੂਰੀ ਨੇ। ਔਰ ਜਿੱਥੇ ਕੋਈ ਸੈਲਰ ਜ਼ਿਆਦਾ ਮੋਟੀਵੇਟਡ ਆ ਤਾਂ ਉਹ ਪ੍ਰਾਈਸ ਤੇ ਵੀ ਕੰਪਰੋਮਾਈਜ਼ ਕਰ ਰਹੇ ਨੇ ਹੁਣ। ਮਤਲਬ ਇਹ ਨਹੀਂ ਹੈ ਕਿ ਵੀ ਪ੍ਰਾਈਸ ਤੇ ਉਹ ਕੰਪਰੋਮਾਈਜ਼ ਨਹੀਂ ਕਰ ਰਹੇਗੇ, ਉਹ ਪ੍ਰਾਈਸ ਤੇ ਵੀ ਕੰਪਰੋਮਾਈਜ਼ ਕਰ ਰਹੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਮਾਰਕੀਟ ਹੈ ਜਿਹੜੀ ਉਹ ਇਹ ਲੱਗ ਰਹੀ ਹੈ ਜਿਸ ਤਰ੍ਹਾਂ ਕਿ ਆਪਾਂ ਐਕਸਪੈਕਟ ਕਰ ਰਹੇ ਸੀਗੇ ਕਿ ਮਾਰਕੀਟ ਇੱਕ ਸਟੱਡੀ ਹੋਣੀ ਚਾਹੀਦੀ ਹੈ, ਥੋੜਾ ਜਿਹਾ ਮਾਰਕੀਟ ਦੇ ਵਿੱਚ ਮਤਲਬ ਠਹਿਰਾਓ ਆਉਣਾ ਚਾਹੀਦਾ ਵਾ। ਉਹ ਠਹਿਰਾਓ ਤਾਂ ਨਜ਼ਰ ਆ ਹੀ ਰਿਹਾ ਵਾ, ਬਟ ਠਹਿਰਾਓ ਦੇ ਨਾਲ ਨਾਲ ਹੁਣ ਇੱਕ ਇਹ ਵੀ ਚੀਜ਼ ਹੈ ਕਿ ਜਿੱਥੇ ਕਿਤੇ ਕੋਈ ਆਦਮੀ ਸਟਕ ਆ ਉਹ ਪ੍ਰਾਈਸ ਤੇ ਵੀ ਕੰਪਰੋਮਾਈਜ਼ ਕਰ ਰਿਹਾ, ਤੇ ਉਹ ਜਿੱਥੇ ਬਾਇਰ ਨੂੰ ਕੋਈ ਮੌਕਾ ਮਿਲ ਰਿਹਾ ਵਾ ਬਾਇਰ ਉਸ ਓਪਰਚੁਨਿਟੀ ਦਾ ਫਾਇਦਾ ਵੀ ਲੈ ਰਹੇ ਨੇ ਜੀ। ਸਰ ਜਿਵੇਂ ਗੱਲ ਕਰੀਏ ਪਹਿਲਾਂ ਪਿੱਛੇ ਜੇ ਅਸੀਂ ਕੁਝ 6 ਮਹੀਨੇ ਪਹਿਲਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਜਦੋਂ ਕੁਝ ਸਮੇਂ ਲਈ ਇੰਟਰਸਟ ਰੇਟ ਜਿਹੜੀ ਹੋਲਡ ਕੀਤੀ ਗਈ ਸੀ ਤਾਂ ਉਸ ਵਕਤ ਲੋਕਾਂ 'ਚ ਇੱਕ ਵਾਰ ਫਿਰ ਤੋਂ ਚਹਿਲ ਪਹਿਲ ਹੋ ਗਈ ਸੀ ਕਿ ਰੀਅਲ ਸਟੇਟ ਦੇ ਵਿੱਚ ਜਾਇਆ ਜਾਵੇ, ਪਰ ਹੁਣ ਇਸ ਵਾਰੀ ਫਿਰ ਹੋਲਡ ਕੀਤੀ ਗਈ ਆ। ਪਰ ਲੋਕਾਂ ਦੇ ਪਤਾ ਨਹੀਂ ਕੀ ਲੋਕ ਸੰਭਲ ਚੁੱਕੇ ਨੇ ਜਾਂ ਲੋਕ ਇਹ ਚੀਜ਼ ਸਮਝ ਚੁੱਕੇ ਨੇ ਵੀ ਇਹ ਚੇਂਜਸ ਰੇਟ ਦੇ ਵਿੱਚ ਫਿਰ ਆ ਸਕਦੇ ਨੇ, ਤਾਂ ਕਰਕੇ ਹੁਣ ਬਹੁਤ ਸੋਚ ਸਮਝ ਕੇ ਸਟੈਪ ਲੈ ਰਹੇ ਨੇ। ਬਿਲਕੁਲ ਜੀ, ਇਹਦੇ 'ਚ ਜਿਹੜਾ ਮੇਨ ਰੀਜ਼ਨ ਹੈ ਨਾ ਜੀ, ਬੈਂਕ ਆਫ ਕੈਨੇਡਾ ਨੇ ਇਹ ਕਲੀਅਰ ਨਹੀਂ ਗੱਲ ਕੀਤੀ ਕਿ ਅੱਗੇ ਰੇਟ ਵਧੇਗਾ ਕਿ ਨਹੀਂ ਵਧੇਗਾ। ਸੋ ਉਹ ਜਿਹੜੀ ਅਨਸਰਟਨਟੀ ਸੀਗੀ ਉਹਨੂੰ ਕਲੀਅਰ ਨਹੀਂ ਕੀਤਾ ਗਿਆ। ਉਹ ਜਿਹੜਾ ਫੀਅਰ ਬਾਇਰ ਦੇ ਮਨ ਦੇ ਵਿੱਚ ਸੀਗਾ ਉਹ ਸਟਿਲ ਬਰਕਰਾਰ ਆ। ਇਸ ਕਰਕੇ ਬਹੁਤੇ ਬਾਇਰ ਜਿਹੜੇ ਨੇ ਉਹ ਡਿਸੀਜਨ ਨਹੀਂ ਬਣਾ ਪਾ ਰਹੇ ਕਿ ਸ਼ਾਇਦ ਅਗਲੇ ਮਹੀਨਿਆਂ ਦੇ ਵਿੱਚ ਇੰਟਰਸਟ ਰੇਟ ਜ਼ਿਆਦਾ ਵੱਧ ਜਾਵੇ। ਔਰ ਕਿਉਂਕਿ ਜਾਂ ਤਾਂ ਜਿਹੜਾ ਬੈਂਕ ਆਫ ਕੈਨੇਡਾ ਇੱਕ ਗੱਲ ਕਲੀਅਰ ਕਰ ਦਿੰਦਾ ਕਿ ਇਹ ਲਾਸਟ ਜਿਹੜਾ ਪਿਛਲਾ ਇਨਕਰੀਜ਼ ਸੀਗਾ ਉਹ ਲਾਸਟ ਸੀਗਾ, ਹੁਣ ਅੱਗੇ ਇਨਕਰੀਜ਼ ਨਹੀਂ ਹੋਏਗਾ। ਪਰ ਉਹਨਾਂ ਨੇ ਇਹਨੂੰ ਇੱਕ ਤਰ੍ਹਾਂ ਤਲਵਾਰ ਲਟਕਾ ਦਿੱਤੀ ਹੈ ਕਿ ਜੇ ਇਨਫਲੇਸ਼ਨ ਕੰਟਰੋਲ ਨਾ ਹੋਇਆ, ਜੇ ਪ੍ਰਾਈਸਿਸ ਇਸ ਤਰ੍ਹਾਂ ਹੀ ਵਧਦੀਆਂ ਰਹੀਆਂ ਤਾਂ ਹੋ ਸਕਦਾ ਕਿ ਇੰਟਰਸਟ ਰੇਟ ਹੋਰ ਵਧੇ ਅੱਗੇ। ਸੋ ਉਸ ਕਰਕੇ ਬਹੁਤੇ ਬਾਇਰ ਜਿਹੜੇ ਨੇ ਜਿਹੜੇ ਕਿ ਈਵਨ ਉਹ ਉਸ ਪੋਜੀਸ਼ਨ 'ਚ ਵੀ ਨੇ ਕਿ ਉਹ ਕੁਝ ਬਾਏ ਕਰ ਸਕਦੇ ਨੇ, ਲੇਕਿਨ ਇਸ ਅਨਸਰਟਨਟੀ ਕਰਕੇ ਉਹ ਡਿਸੀਜਨ ਨਹੀਂ ਬਣਾ ਪਾ ਰਹੇ। ਸਰ ਤੁਸੀਂ ਇਨਫਲੇਸ਼ਨ ਦੀ ਗੱਲ ਕੀਤੀ ਹੈ 4% ਤੱਕ ਪਹੁੰਚ
ਚੁੱਕੀ ਹੈ ਇਨਫਲੇਸ਼ਨ, ਕੀ ਲੱਗ ਰਿਹਾ ਹੁਣ ਅਗਲੀਆਂ ਪ੍ਰੈਡਿਕਸ਼ਨਸ ਕੀ ਹੋ ਸਕਦੀਆਂ ਨੇ, ਕਿਉਂਕਿ ਲਾਸਟ ਟਾਈਮ 3 ਪੁਆਇੰਟ ਸਮਥਿੰਗ ਸੀ ਤਾਂ ਹੋਲਡ ਕੀਤੀਆਂ ਗਈਆਂ ਨੇ, ਪਰ ਇਨਫਲੇਸ਼ਨ 'ਚ ਵਾਧਾ ਦੇਖਣ ਨੂੰ ਮਿਲਿਆ, ਦਰਜ ਹੋਇਆ ਵਾ, ਕੀ ਪ੍ਰੈਡਿਕਟ ਕਰਦੇ ਹੋ ਤੁਸੀਂ? ਇਹਦੇ 'ਚ ਦੇਖੋ ਤਰਨ ਜੀ, ਇੱਕ ਚੀਜ਼ ਇਹ ਹੈ ਕਿ ਜਿਸ ਤਰ੍ਹਾਂ ਢਿੱਲੋਂ ਸਾਹਿਬ ਨੇ ਗੱਲ ਕੀਤੀ ਆ ਕਿ ਕਿਉਂਕਿ ਬੈਂਕ ਆਫ ਕੈਨੇਡਾ ਨੇ ਇਹ ਚੀਜ਼ ਕੋਈ ਇਦਾਂ ਨਹੀਂ ਕਹੀ ਕਿ ਵੀ ਹੁਣ ਇਸ ਤੋਂ ਬਾਅਦ ਇੰਟਰਸਟ ਰੇਟ ਦੇ ਵਿੱਚ ਕੋਈ ਚੇਂਜ ਨਹੀਂ ਆ ਸਕਦੀ ਗੀ। ਸੋ ਉਹ ਜਿਹੜੀ ਅਨਸਰਟਨਿਟੀ ਆ ਉਹ ਤਾਂ ਇੱਕ ਇਹ ਫੈਕਟਰ ਆ। ਦੂਜਾ ਫੈਕਟਰ ਇੱਕ ਇਹ ਵੀ ਚੀਜ਼ ਆ, ਜਿਵੇਂ ਕਹ ਲਓ ਮਲਟੀਪਲ ਚੀਜ਼ਾਂ ਮੈਂ ਕਹਿ ਸਕਦਾ ਵਾਂ। ਦੂਜਾ ਜਿੱਦਾਂ ਹੁਣ ਇਨਫਲੇਸ਼ਨ ਫਿਰ 4% ਆਈ ਆ, ਉਹਦੇ 'ਚ ਲੋਕਾਂ ਦੇ ਮਨ 'ਚ ਇੱਕ ਡਰ ਆ ਕਿ ਹੋ ਸਕਦਾ ਦੁਬਾਰਾ ਫਿਰ ਇੰਟਰਸਟ ਰੇਟ ਵੱਧ ਜਾਵੇ। ਤੀਜਾ ਜਿਹੜੀ ਸਭ ਤੋਂ ਵੱਡੀ ਚੀਜ਼ ਆ ਉਹ ਇਹ ਹੋਈ ਆ ਕਿ ਜਿਹੜਾ ਮਾਰਕੀਟ ਦੇ ਵਿੱਚ ਸਪੈਕੂਲੇਟਰ ਬੰਦਾ ਸੀਗਾ ਜੀ, ਜਿਹੜੇ ਕਿ ਸਪੈਕੂਲੇਸ਼ਨ ਕਰਦੇ ਸੀ ਕਿ ਅੱਜ ਲੈ ਲਓ ਤੇ ਅੱਜ ਕੱਢ ਦਿਓ ਘਰ, ਉਹ ਤਾਂ 100% ਖਤਮ ਹੋ ਚੁੱਕੇ ਆ ਜੀ। ਉਹ ਖਤਮ ਹੋ ਚੁੱਕੇ ਆ। ਉਹ ਤਾਂ ਹੁਣ ਜਿਵੇਂ ਕਹ ਲਓ ਕਿ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਕੋਈ ਬੰਦਾ ਕਾਲ ਵੀ ਕਰਦਾ ਵਾ। ਅੱਗੇ ਤਾਂ ਸਾਨੂੰ ਸਵੇਰੇ ਸ਼ਾਮ ਇਹ ਆਉਂਦੀ ਸੀ, ਉਹ ਭਾਜੀ ਕੋਈ ਘਰ ਲੈ ਦਿਓ ਜੀ, ਅਸੀਂ ਫਲਿੱਪ ਕਰ ਦਿਆਂਗੇ, ਅਸੀਂ ਰੈਨੋਵੇਟ ਕਰ ਦਿਆਂਗੇ, ਸਾਨੂੰ ਦੱਸਿਓ ਕੋਈ ਆਪਸ਼ਨ। ਤੇ ਮੈਨੂੰ ਨਹੀਂ ਲੱਗਦਾ ਹੁਣ ਤਾਂ ਕੋਈ ਆਪਾਂ ਨੂੰ ਕਾਲ ਵੀ ਕਰਦਾ, ਇਹਦੇ ਬਾਰੇ ਗੱਲ ਵੀ ਕਰਦਾ ਸ਼ਾਇਦ ਕੋਈ। ਹੁਣ ਤਾਂ ਲੋਕੀ ਗੱਲ ਵੀ ਨਹੀਂ ਕਰਦੇ ਜੀ ਇਸ ਚੀਜ਼ ਬਾਰੇ। ਔਰ ਦੂਜਾ ਜਿਹੜਾ ਇਨਵੈਸਟਰ ਆ ਜੀ ਮਾਰਕੀਟ ਦੇ ਵਿੱਚ, ਉਹ ਰੀਅਲ ਇਨਵੈਸਟਰ ਆ। ਰੀਅਲ ਇਨਵੈਸਟਰ ਦੀ ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਕਿ ਉਹ ਇਨਵੈਸਟਰ ਆ ਜਿਹੜਾ ਇਨਵੈਸਟਰ ਆਪਦੀ ਡਾਊਨ ਪੇਮੈਂਟ ਦੇ ਨਾਲ ਪ੍ਰਾਪਰਟੀ ਲੈ ਰਿਹਾ, ਔਰ ਜਿਹੜੇ ਇਨਵੈਸਟਰ ਦੇ ਕੋਲ 6 ਮਹੀਨੇ ਸਾਲ 2 ਸਾਲ ਪ੍ਰਾਪਰਟੀ ਨੂੰ ਹੋਲਡ ਕਰਨ ਦੀ ਕੈਪੈਸਿਟੀ ਹੈਗੀ ਆ, ਉਹੀ ਬੰਦਾ ਇਸ ਟਾਈਮ ਮਾਰਕੀਟ ਦੇ ਵਿੱਚ ਇਨਵੈਸਟਰ ਆ। ਅਦਰਵਾਈਜ਼ ਜਿਹੜਾ ਸਿਰਫ ਹੈਗਾ ਤੇ ਸਿਰਫ ਉਹ ਐਂਡ ਯੂਜ਼ਰ ਆ। ਬਟ ਇਹਦਾ ਇੱਕ ਥੋੜਾ ਜਿਹਾ ਐਜ ਇਹ ਜ਼ਰੂਰ ਮੈਨੂੰ ਲੱਗਦਾ ਕਿ ਮਾਰਕੀਟ ਦੇ ਵਿੱਚ ਮਿਲਿਆ ਕਿ ਜਿਵੇਂ ਜਿਵੇਂ ਰੀਸੇਲ ਮਾਰਕੀਟ ਦੇ ਵਿੱਚ ਇਧਰੋਂ ਚੈਲੰਜ ਆਇਆ ਤਾਂ ਜਿਹੜਾ ਇਨਵੈਸਟਰ ਸੀ ਉਹਨਾਂ ਦਾ ਥੋੜਾ ਜਿਹਾ ਜਿਹੜਾ ਰੁਝਾਨ ਆ ਉਹ ਹੁਣ ਪ੍ਰੀ ਕੰਸਟਰਕਸ਼ਨ ਵਾਲੀ ਸਾਈਡ ਵਧਿਆ, ਕਿਉਂਕਿ ਜਿੱਥੇ ਉਹਨਾਂ ਨੂੰ ਇਮੀਡੀਏਟਲੀ ਕਮਿਟਮੈਂਟ ਨਹੀਂ ਕਰਨੀ ਪੈਂਦੀ ਗੀ ਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਵੀ 2 ਸਾਲ 3 ਸਾਲ ਜਾਂ 4 ਸਾਲ ਬਾਅਦ ਸਾਨੂੰ ਪ੍ਰਾਪਰਟੀ ਮਿਲੂਗੀ, ਥੋੜਾ ਜਿਹਾ ਉਧਰ ਉਹਨਾਂ ਦਾ ਰੁਝਾਨ ਆ ਜਿਹੜਾ ਉਹ ਵੱਧ ਗਿਆ ਜੀ। ਤੁਸੀਂ ਜਿਵੇਂ ਪ੍ਰੀ ਕੰਸਟਰਕਸ਼ਨ ਦੀ ਗੱਲ ਕੀਤੀ ਹੈ, ਪਿਛਲੇ ਹਫਤੇ ਅਸੀਂ ਡਿਸਕਸ਼ਨ ਕੀਤੀ ਸੀ ਕਿ ਜਿਵੇਂ ਕਿਹਾ ਗਿਆ ਵਾ ਕਿ ਵੀ ਰੈਂਟਲ ਮਾਰਕੀਟ ਨੂੰ ਥੋੜਾ ਜਿਹਾ ਉਤਸ਼ਾਹਿਤ ਕਰਨ ਦੇ ਲਈ ਮਿਸਟਰ ਟਰੂਡੋ ਨੇ ਵੀ ਕਿਹਾ, ਪ੍ਰੀਮੀਅਰ ਫੋਰਡ ਨੇ ਵੀ ਕਿਹਾ, ਤੇ ਰੈਂਟਲ ਮਾਰਕੀਟ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਗਿਆ ਕਿ GST ਹਟਾਈ ਜਾਏਗੀ। ਇਹ ਡਿਸੀਜਨ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ ਰੈਂਟਲ ਮਾਰਕੀਟ ਜਿਸ ਤਰ੍ਹਾਂ ਮੈਂ ਹਜੇ ਵੀ ਵੈਸੇ ਕੁਝ ਕੁ ਪ੍ਰੋਗਰਾਮ ਹੈਗੇ ਨੇ, ਪਰ ਉਹ ਜਿਹੜੇ ਪ੍ਰੋਗਰਾਮ ਨੇ ਉਹ ਕੋਈ ਇੰਨੇ ਜ਼ਿਆਦਾ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਸਟਰੋਂਗ ਨਹੀਂ ਹੈਗੇ ਕੰਪੇਅਰ ਟੂ ਜੇ ਕਿਸੇ ਡਿਵੈਲਪਰ ਨੇ ਵੈਸੇ ਕੋਈ ਚੀਜ਼ ਨੂੰ ਡਿਵੈਲਪ ਕਰਕੇ ਵੇਚਣਾ ਹੋਵੇ। ਇਹ ਇੱਕ ਰਿਲੀਫ ਤਾਂ ਹੈਗਾ ਜ਼ਰੂਰ, ਪਰ ਮੈਨੂੰ ਲੱਗਦਾ ਕਿ ਜੇ ਰੈਂਟਲ ਮਾਰਕੀਟ ਨੂੰ ਠੀਕ ਕਰਨਾ ਤਾਂ ਜਿਹੜੀਆਂ ਰੈਂਟਲ ਬਿਲਡਿੰਗਸ ਨੂੰ ਲੈ ਕੇ ਆਉਣਾ ਨਾ, ਤਾਂ ਗਵਰਨਮੈਂਟ ਨੂੰ ਸ਼ਾਇਦ ਕੱਲਾ HST ਨਹੀਂ, ਇਸ ਤੋਂ ਬਿਨਾਂ ਵੀ ਕਈ ਹੋਰ ਸਟੈਪ ਲੈਣੇ ਪੈਣਗੇ। CMHC ਅੱਜ ਵੀ ਜਿਹੜੀ ਇਹਨਾਂ ਦੀ ਮੌਰਗੇਜ ਕਰਦੀ ਆ ਉਹ ਘੱਟ ਇੰਟਰਸਟ ਰੇਟ ਤੇ ਕਰਦੀ ਹੈ ਜੇ ਕਿਸੇ ਨੇ ਰੈਂਟਲ ਬਿਲਡਿੰਗ ਬਣਾਉਣੀ ਹੋਵੇ। ਉਹ ਚੀਜ਼ਾਂ ਕੁਛ ਹੈਗੀਆਂ ਨੇ, ਪਰ ਸ਼ਾਇਦ ਉਹ ਚੀਜ਼ਾਂ ਐਨਫ ਨਹੀਂ ਹੈ। ਉਹਦਾ ਰੀਜ਼ਨ ਕੀ ਆ ਕਿ ਜਿਹੜੀਆਂ ਕੌਂਡੋਜ਼ ਬਣਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਕਾਫੀ ਜ਼ਿਆਦਾ ਵਾ, ਕਿਉਂਕਿ ਉੱਪਰ ਵਰਟੀਕਲ ਬਿਲਡਿੰਗ ਬਣਦੀ ਆ, ਸੋ ਜਿਹੜੀ ਸਕੁਅਰ ਫੁਟੇਜ ਆ ਉਹਦੇ ਹਿਸਾਬ ਨਾਲ ਵੱਧਦੀ ਆ। ਸੋ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਮੈਂਡੇਟਰੀ ਕਰਨਾ ਪਊਗਾ ਕਿ ਜੇ ਤੁਸੀਂ ਇਸ ਏਰੀਆ ਦੇ ਵਿੱਚ ਕੋਈ ਬਿਲਡਿੰਗ ਬਣਾਉਣੀ ਹੈ ਤਾਂ ਇਹ ਰੈਂਟਲ ਬਿਲਡਿੰਗ ਹੀ ਬਣਨੀ ਹੈ ਜੀ। ਕੋਈ ਜਾਂ ਇਹ ਚੀਜ਼ ਕੀਤਾ ਜਾਵੇ ਕਿ ਜੇ ਤੁਸੀਂ ਇੱਥੇ ਜੀ ਇੰਨੀ ਹਾਈ ਰਾਈਜ਼ ਕੋਈ ਬਣਾਉਣੀ ਹੈ ਜਾਂ ਮਿਡ ਰਾਈਜ਼ ਬਣਾਉਣੀ ਆ ਤਾਂ ਰੈਂਟਲ ਬਿਲਡਿੰਗ ਹੀ ਬਣੂਗੀ। ਉਹ ਜਿੰਨਾ ਚਿਰ ਕੁਝ ਮੈਂਡੇਟਰੀ ਚੀਜ਼ਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾਗਾ, ਸ਼ਾਇਦ ਮੈਨੂੰ ਲੱਗਦਾ ਕਿ ਲੋ ਇੰਟਰਸਟ ਰੇਟ ਤੇ ਜਿਹੜਾ ਕੱਲਾ HST ਉਹ ਐਨਫ ਨਹੀਂ ਹੈ, ਮਤਲਬ ਉਹ ਰੈਂਟਲ ਬਿਲਡਿੰਗਸ ਨੂੰ ਮਾਰਕੀਟ ਦੇ ਵਿੱਚ ਲੈ ਕੇ ਆਉਣ ਵਾਸਤੇ। ਗਵਰਨਮੈਂਟ ਅਜੇ ਕੋਸ਼ਿਸ਼ ਕਰ ਰਹੀ ਹੈ ਕਿ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾਵੇ। ਗਰੋਸਰਸ ਦੇ ਨਾਲ ਗੱਲਬਾਤ ਹੋਈ ਸੀ, ਮੀਟਿੰਗਸ ਹੋਈ ਸੀ, ਤਾਂ ਉਹ ਵੀ ਮੰਨਿਆ ਕਿਤੇ ਨਾ ਕਿਤੇ ਫੂਡ ਪ੍ਰਾਈਸਿਸ ਨੂੰ ਕੰਟਰੋਲ ਕਰਨ ਲਈ। ਪਰ ਗੈਸ ਪ੍ਰਾਈਸਿਸ ਇੱਕ ਵੱਡਾ ਰੀਜ਼ਨ ਆ ਜਿਹਦੇ ਕਰਕੇ ਵੀ ਅਸੀਂ ਕਹਿ ਸਕਦੇ ਹਾਂ ਕਿ ਇਨਫਲੇਸ਼ਨ ਵਧੀ ਆ। ਪਰ ਇਹਨੂੰ ਕੰਟਰੋਲ ਕਰਨ ਲਈ ਜੋ ਇਸ ਵਕਤ ਕੀਤਾ ਜਾ ਰਿਹਾ ਵਾ, ਤੁਹਾਨੂੰ ਲੱਗ ਨਹੀਂ ਰਿਹਾ ਇਸ ਵਕਤ ਮੌਰਗੇਜ ਅਫੋਰਡੇਬਿਲਿਟੀ ਤੋਂ ਬਾਹਰ ਹੋ ਚੁੱਕੀ ਹੈ ਤੇ ਇਹਦਾ ਸਿੱਧਾ ਜਿਹੜਾ ਗਲਤ ਅਸਰ ਰੀਅਲ ਸਟੇਟ ਮਾਰਕੀਟ ਦੇ ਉੱਤੇ ਪੈ ਰਿਹਾ? ਬਿਲਕੁਲ ਜੀ, ਦੇਖੋ ਰੀਅਲ ਸਟੇਟ ਮਾਰਕੀਟ ਦੇ ਉੱਤੇ ਅਸਰ ਤਾਂ ਇੱਕ ਵੱਖਰੀ ਗੱਲ ਹੈ। ਇੱਕ ਆਮ ਇਨਸਾਨ ਜਿਹੜਾ ਆ, ਇੱਕ ਆਮ ਪਬਲਿਕ ਜਿਹੜੀ ਆ, ਉਹ ਉਹਨਾਂ ਵਾਸਤੇ ਇਹ ਮਤਲਬ ਹੁਣ ਚੋਇਸ ਬਣ ਗਈ ਆ ਕਿ ਉਹ ਮੌਰਗੇਜ ਪੇ ਕਰਨ ਜਾਂ ਹੋਰ ਜਿਹੜੇ ਜ਼ਰੂਰੀ ਕੰਮ ਨੇ ਉਹਨਾਂ ਨੂੰ ਮਤਲਬ ਲੋਕ ਉਹਨਾਂ ਨੂੰ ਛੱਡ ਕੇ ਤੇ ਸਿਰਫ ਉਹਨਾਂ ਦਾ ਧਿਆਨ ਆਪਣੇ ਘਰ ਨੂੰ ਬਚਾਉਣ ਤੇ ਆ, ਕਿਉਂਕਿ ਮੌਰਗੇਜ ਇੰਨੀ ਜ਼ਿਆਦਾ ਅਨਅਫੋਰਡੇਬਲ ਹੋ ਗਈ ਆ ਕਿ ਬਾਕੀ ਚੀਜ਼ਾਂ ਤੋਂ ਪੈਸੇ ਖਿੱਚ ਕੇ ਉਹ ਸਿਰਫ ਤੇ ਸਿਰਫ ਇਸ ਗੱਲ 'ਚ ਲੱਗੇ ਹੋਏ ਆ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਘਰ ਬਚਾ ਲੈਣ। ਤੇ ਜੇ ਰੱਬ ਨਾ ਕਰੇ ਕਿ ਅੱਗੇ ਹੋਰ ਇੰਟਰਸਟ ਰੇਟ ਵੱਧਦਾ ਤੇ ਬਹੁਤ ਸਾਰੀਆਂ ਫੈਮਲੀਜ਼ ਇਦਾਂ ਦੀਆਂ ਨੇ
ਜਿਨ੍ਹਾਂ ਵਾਸਤੇ ਇਵਨ ਘਰ ਨੂੰ ਅਫੋਰਡ ਕਰਨਾ ਬਹੁਤ ਮੁਸ਼ਕਿਲ ਹੋ ਜਾਏਗਾ। ਮਹਿੰਗਾਈ ਜਿਹੜੀ ਹੈ ਜੀ ਉਹ ਮਤਲਬ ਲੱਕ ਤੋੜ ਰਹੀ ਹੈ ਆਮ ਪਬਲਿਕ ਦਾ। ਕੋਈ ਜਿਹੜੀਆਂ ਇਹਨਾਂ ਦੀਆਂ ਪਾਲਿਸੀਜ਼ ਨੇ ਗਵਰਨਮੈਂਟ ਦੀਆਂ, ਲੱਗ ਨਹੀਂ ਰਿਹਾ ਕਿ ਕੋਈ ਨੀਅਰ ਫਿਊਚਰ ਦੇ ਵਿੱਚ ਕੋਈ ਰਿਲੀਫ ਮਿਲਣ ਵਾਲਾ ਜਲਦੀ। ਸੋ ਹੁਣ ਇਹ ਤਾਂ ਜਿਵੇਂ ਅੱਜ ਪ੍ਰੀਮੀਅਰ ਨੇ ਆਪਣਾ ਗਲਤੀ ਮੰਨੀ ਹੈ, ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਸਾਡੀ ਫੈਡਰਲ ਗਵਰਨਮੈਂਟ ਵੀ ਹੈ ਜਾਂ ਸਾਰੀਆਂ ਲੈਵਲਸ ਆਫ ਗਵਰਨਮੈਂਟਸ ਨੇ, ਉਹਨਾਂ ਨੂੰ ਕੁਛ ਨਾ ਕੁਛ ਇਦਾਂ ਦੇ ਠੋਸ ਪਲਾਨ ਲੈ ਕੇ ਆਉਣੇ ਪੈਣਗੇ, ਇਦਾਂ ਦੀਆਂ ਪਾਲਿਸੀਜ਼ ਲੈ ਕੇ ਆਉਣੀਆਂ ਪੈਣਗੀਆਂ ਜਿਹੜਾ ਆਮ ਪਬਲਿਕ ਨੂੰ ਜਿਹੜਾ ਰਿਲੀਫ ਮਿਲ ਸਕੇ। ਤੁਸੀਂ ਪ੍ਰੀਮੀਅਰ ਦੀ ਗੱਲ ਕੀਤੀ ਹੈ, ਪੂਰਾ ਮਾਮਲਾ ਸਰ ਜੇ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂ, ਕੀ ਮਾਮਲਾ ਸੀ ਕਿ ਜ਼ੋਨਿੰਗ ਨੂੰ ਲੈ ਕੇ ਕੋਈ ਇਹ ਪ੍ਰੋਬਲਮ ਹੋਈ ਸੀ ਤੇ ਹੁਣ ਕਿਹਾ ਜਾ ਰਿਹਾ ਜ਼ੋਨਿੰਗ ਜਿਹੜੀ ਆ ਦੁਬਾਰਾ ਉਹ ਕੀਤੀ ਜਾਏਗੀ। ਸੋ ਇਹ ਕੀ ਪੂਰਾ ਮਾਮਲਾ ਹੈ ਤੇ ਇਹਦੇ ਵਿੱਚ ਕਿਵੇਂ ਗਵਰਨਮੈਂਟ ਹੁਣ ਕਹਿ ਰਹੀ ਹੈ ਕਿ ਅਸੀਂ ਕਸੂਰਵਾਰ ਹੈਗੇ ਆ? ਬਿਲਕੁਲ, ਦੇਖੋ ਜੀ, ਜਦੋਂ ਇਲੈਕਸ਼ਨ ਹੋਈ ਸੀ ਉਦੋਂ ਡਗ ਫੋਰਡ ਨੇ ਪ੍ਰੋਮਿਸ ਕੀਤਾ ਸੀਗਾ ਕਿ ਉਹ ਗ੍ਰੀਨ ਬੈਲਟ ਨੂੰ ਬਿਲਕੁਲ ਟੱਚ ਨਹੀਂ ਕਰੇਗਾ, ਲੇਕਿਨ ਹੋਇਆ ਉਸ ਤੋਂ ਉਲਟ। ਔਰ ਉਹਨਾਂ ਨੇ ਗ੍ਰੀਨ ਬੈਲਟ ਦੇ ਵਿੱਚ ਆਬਵੀਅਸਲੀ ਆਪਣੇ ਚਹੇਤਿਆਂ ਨੂੰ ਫਾਇਦਾ ਦੇਣ ਵਾਸਤੇ ਇਹ ਸਾਰਾ ਜੋ ਮਾਜਰਾ ਹੈ, ਇਹ ਭਾਣਾ ਜਿਹੜਾ ਵਰਤਿਆ ਔਰ ਉਹਦੇ ਚ ਫੇਵਰਿਟਿਜ਼ਮ ਹੋਈ, ਉਹਦੇ ਚ ਪ੍ਰੋਫਿਟ। ਹਾਲਾਂਕਿ ਉਹ ਇਹ ਕਲੇਮ ਕਰ ਰਹੇ ਆ ਕਿ ਕੋਈ ਕ੍ਰਿਮੀਨਲ ਰੋਂਗ ਡੂਇੰਗ ਨਹੀਂ ਹੋਈ ਇਹਦੇ ਵਿੱਚ, ਪਰ RCMP ਉਹਦੇ ਚ ਇਨਵੈਸਟੀਗੇਸ਼ਨ ਕਰ ਰਹੀ ਹੈ। ਉਹਦਾ ਰਿਜ਼ਲਟ ਵੀ ਜਲਦੀ ਸਾਡੇ ਸਾਹਮਣੇ ਆ ਜਾਏਗਾ। ਗੱਲ ਆਪਾਂ ਕਈ ਵਾਰੀ ਪਹਿਲਾਂ ਵੀ ਕਰ ਚੁੱਕੇ ਹਾਂ ਜੀ, ਗੱਲ ਹੈਗੀ ਹੈ ਸਿਰਫ ਵੋਟ ਬੈਂਕ ਦੀ। ਹੁਣ ਜਦੋਂ ਪ੍ਰੀਮੀਅਰ ਨੂੰ ਇਹ ਲੱਗਾ ਕਿ ਪਾਣੀ ਸਿਰ ਤੋਂ ਨਿਕਲ ਗਿਆ, ਮੇਰੇ ਕਾਫੀ ਸਾਰੇ ਮਿਨਿਸਟਰਸ ਨੇ, ਕਾਫੀ ਸਾਰੇ ਐਸੋਸੀਏਟਸ ਨੇ ਇਸ ਗੱਲ ਨੂੰ ਲੈ ਕੇ ਉਹਨਾਂ ਨੂੰ ਰਿਜ਼ਾਈਨ ਦੇਣਾ ਪਿਆ ਆ, ਤਾਂ ਫਿਰ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਜੀ ਕਿ ਜੇ ਮੈਂ ਪੰਜਾਬੀ ਚ ਕਹਾਂ, ਮਾਫ ਕਰਨਾ, ਥੁੱਕ ਕੇ ਚੱਟਣਾ ਜਿਹੜੀ ਆ ਕੋਈ ਵੱਡੀ ਗੱਲ ਨਹੀਂ ਉਹਨਾਂ ਵਾਸਤੇ। ਵੋਟ ਦੀ ਖਾਤਰ ਕੁਝ ਵੀ ਕੀਤਾ ਜਾ ਸਕਦਾ ਤੇ ਇਹ ਜਿਹੜਾ ਡਿਸੀਜਨ ਹੈ ਉਹ ਵੀ ਮੈਨੂੰ ਲੱਗਦਾ ਕਿ ਇਸੇ ਗੱਲ ਤੋਂ ਹੀ ਪ੍ਰਭਾਵਿਤ ਹੈ ਕਿ ਵੋਟ ਬੈਂਕ ਜਿਹੜਾ ਉਹ ਅਫੈਕਟ ਹੋ ਰਿਹਾ ਸੀਗਾ, ਉਹਨੂੰ ਕਿਤੇ ਨਾ ਕਿਤੇ ਠੀਕ ਕਰਨ ਵਾਸਤੇ ਜਿਹੜਾ ਉਹਨਾਂ ਨੂੰ ਇਹ ਡਿਸੀਜਨ ਲੈਣਾ ਪਿਆ। ਹੁਣ ਇਹਦਾ ਕੀ ਅਸਰ ਹੁੰਦਾ ਹੈ, ਕਿਉਂਕਿ ਆਬਵੀਅਸਲੀ ਦੇਖੋ ਇੱਕ ਜਿਹੜਾ ਡਿਵੈਲਪਰ ਆ ਉਹਨੇ ਜੇ ਉੱਥੇ ਜ਼ਮੀਨ ਬਾਏ ਕਰ ਲਈ ਹੈ ਇਹ ਸੋਚ ਕੇ ਕਿ ਇਹ ਗ੍ਰੀਨ ਬੈਲਟ ਦੇ ਵਿੱਚ ਨਹੀਂ, ਹੋ ਸਕਦਾ ਕਿ ਕੱਲ ਨੂੰ ਉਹ ਕੋਰਟ ਦੇ ਵਿੱਚ ਵੀ ਗਵਰਨਮੈਂਟ ਦੇ ਅਗੇਂਸਟ ਚਲਾ ਜਾਵੇ ਔਰ ਇਹ ਇੱਕ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਆ ਕਿ ਕੈਨ ਆਫ ਵਰਮਸ ਜਿਹੜਾ ਉਹ ਖੁੱਲ ਗਿਆ। ਹੁਣ ਇਹਦੇ ਨਤੀਜੇ ਆਪਾਂ ਨੂੰ ਅੱਗੇ ਚੱਲ ਕੇ ਪਤਾ ਲੱਗਣਗੇ। ਬਿਲਕੁਲ ਸਰ, ਉੱਥੇ ਜਿਵੇਂ ਆਪਾਂ ਬਬਲ ਦੀ ਗੱਲ ਕਰਦੇ ਸੀ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਕਹਿੰਦੇ ਕਿ ਵੈਨਕੂਵਰ ਤੇ GTA ਖਾਸ ਤੌਰ ਤੇ ਟੋਰਾਂਟੋ ਦੇ ਵਿੱਚ ਬਬਲ ਵਾਲਾ ਸਿਸਟਮ ਨਹੀਂ ਹੋ ਰਿਹਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਤਰਨ ਜੀ, ਮੈਂ ਇੱਕ ਚੀਜ਼ ਇਹ ਗੱਲ ਕਹਿਣੀ ਚਾਹਾਂਗਾ, ਪਹਿਲਾਂ ਵੀ ਜਿਹੜੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਸੀ ਨਾ ਉਹ ਥੋੜ੍ਹੀਆਂ ਜਿਹੀਆਂ ਠੀਕ ਨਹੀਂ ਸੀ ਕਹੀਆਂ ਜਾ ਰਹੀਆਂ, ਜਿੱਦਾਂ ਕਹਿ ਰਹੇ ਸੀ ਕਿ ਬਬਲ ਆ, ਇਹ ਆ, ਉਹ ਆ, ਬਟ ਜਿਹੜੀ ਗਰਾਊਂਡ ਰਿਐਲਿਟੀ ਸੀ, ਗਰਾਊਂਡ ਰਿਐਲਿਟੀ ਬਬਲ ਨਹੀਂ, ਗਰਾਊਂਡ ਰਿਐਲਿਟੀ ਲੋਕਾਂ ਦੀ ਮਜਬੂਰੀ ਸੀ, ਜੋ ਗਰਾਊਂਡ ਰਿਐਲਿਟੀ ਸੀ। ਹੁਣ ਤੁਸੀਂ ਇੱਕ ਚੀਜ਼ ਦੇਖੋ, ਕੋਈ ਵੀ ਆਦਮੀ ਆ ਉਹਨੂੰ ਇੱਕ ਲਾਈਫ ਦੀ ਬੇਸਿਕ ਨੈਸੈਸਿਟੀ ਆ ਘਰ, ਜੇ ਉਹਨੂੰ ਉਹ ਘੱਟ ਰੇਟ ਤੇ ਨਹੀਂ ਮਿਲ ਰਿਹਾ ਉਹ ਕਿਸੇ ਨਾ ਕਿਸੇ ਤਰੀਕੇ ਕੋਸ਼ਿਸ਼ ਕਰੇਗਾ ਉਹਨੂੰ ਵੱਧ ਰੇਟ ਤੇ ਲੈਣ ਵਾਸਤੇ। ਨੋ ਡਾਊਟ ਉਹ ਜਿਹੜਾ ਬੰਦਾ ਵੱਧ ਰੇਟ ਤੇ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਦੇ ਨਾਲ ਮਾਰਕੀਟ ਦੇ ਵਿੱਚ ਕਈ ਚੀਜ਼ਾਂ ਗਲਤ ਵੀ ਹੋਈਆਂ। ਜੇ ਹੁਣ ਆਪਾਂ ਗੱਲ ਕਰੀਏ ਜਿਹੜੇ ਕੰਟਰੀਆਂ ਦੇ ਵਿੱਚ, ਚਲੋ ਮੈਂ ਕੋਈ ਜ਼ਿਆਦਾ ਇੱਥੇ ਕਿਸੇ ਵੀ ਕੰਟਰੀ ਨੂੰ ਪੁੱਟ ਡਾਊਨ ਨਹੀਂ ਕਰਨਾ ਚਾਹੁੰਦਾ ਜਾਂ ਕਿਸੇ ਦੀ ਫੇਵਰ 'ਚ ਨਹੀਂ ਕੋਈ ਗੱਲ ਕਰਦਾ, ਜੇ ਆਪਾਂ ਦੇਖੀਏ ਜਿੱਥੋਂ ਆਪਾਂ ਆਏ ਆ ਆਪਣੇ ਬੈਕ ਹੋਮ ਦੇ ਵਿੱਚ ਕੀ ਪ੍ਰੋਬਲਮ ਰਹੀ, ਕਰਪਸ਼ਨ ਕਿਉਂ ਹੁੰਦੀ ਸੀਗੀ, ਕਿਉਂਕਿ ਡਿਮਾਂਡ ਜ਼ਿਆਦਾ ਹੁੰਦੀ ਸੀ, ਸਪਲਾਈ ਘੱਟ ਹੁੰਦੀ ਸੀਗੀ, ਉੱਥੇ ਕਰਪਸ਼ਨ ਡਿਵੈਲਪ ਹੋਈ। ਇੱਥੇ ਕੀ ਸੀਗਾ, ਇੱਥੇ ਸੇਮ ਚੀਜ਼ ਸੀ ਕਿ ਡਿਮਾਂਡ ਜ਼ਿਆਦਾ ਸੀ, ਸਪਲਾਈ ਘੱਟ ਸੀਗੀ। ਜਦੋਂ ਡਿਮਾਂਡ ਜ਼ਿਆਦਾ ਸੀ, ਸਪਲਾਈ ਘੱਟ ਸੀ, ਹਰ ਬੰਦਾ ਆਪਣੇ ਆਪ ਨੂੰ ਪੁਸ਼ ਕਰਕੇ ਪ੍ਰਾਪਰਟੀ ਬਾਏ ਕਰ ਰਿਹਾ ਸੀ, ਉਹਦੇ ਨਾਲ ਮਾਰਕੀਟ ਦੇ ਵਿੱਚ ਕੁਝ ਇਦਾਂ ਦੇ ਸਪੈਕੂਲੇਸ਼ਨ ਵਾਲੇ ਬੰਦੇ ਵੀ ਐਡ ਕਰ ਗਏ, ਉਹਦੇ ਨਾਲ ਕੁਝ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਠੀਕ ਨਹੀਂ ਹੋਈਆਂ। ਕਈ ਲੋਕਾਂ ਨੇ ਜਿਵੇਂ ਕਹ ਲਓ ਗ੍ਰੀਡ ਦੇ ਵਿੱਚ ਬਿਨਾਂ ਸੋਚੇ ਸਮਝੇ ਪ੍ਰਾਪਰਟੀਜ਼ ਬਾਏ ਕੀਤੀਆਂ, ਮਨੀ ਇਧਰੋਂ ਬਾਏ ਕੀਤਾ, ਬਾਹਰੋਂ ਕੀਤਾ, ਉਧਰੋਂ ਬਾਹਰੋਂ ਕੀਤਾ। ਸੋ ਜਿਹੜਾ ਪਿਛਲੇ 15 ਸਾਲ ਦੀ ਹਿਸਟਰੀ ਰਹੀ ਆ, ਜੇ ਆਪਾਂ ਰੀਅਲ ਸਟੇਟ ਇੰਡਸਟਰੀ ਦੀ ਗੱਲ ਕਰੀਏ ਤਾਂ ਉਹਦੇ ਚ ਮੇਜਰ ਰੋਲ ਸਪਲਾਈ ਤੇ ਡਿਮਾਂਡ ਦੇ ਪਾਰਟ ਨੇ ਪਲੇ ਕੀਤਾ। ਉਹਨੂੰ ਚਾਹੇ ਆਪਾਂ ਬਬਲ ਕਹਿ ਦਈਏ, ਉਹਨੂੰ ਚਾਹੇ ਆਪਾਂ ਲੋਕਾਂ ਦੀ ਗ੍ਰੀਡ ਕਹਿ ਦਈਏ, ਉਹਨੂੰ ਚਾਹੇ ਆਪਾਂ ਕੋਈ ਇੱਕ ਅਨਫੋਰਚੂਨੇਟ ਪਾਰਟ ਕਹਿ ਦਈਏ, ਉਹਨੂੰ ਆਪਾਂ ਜੋ ਮਰਜ਼ੀ ਚੀਜ਼ ਕਹਿ ਦਈਏ ਉਹਨੂੰ ਆਪਾਂ, ਬਟ ਉਹ ਹੋਇਆ ਕਿ ਹੁਣ ਮਤਲਬ ਉਸ ਚੀਜ਼ ਨੂੰ ਆਪਾਂ ਇੱਕ ਵਾਰ ਕ੍ਰੀਏਟ ਤਾਂ ਕਰਤਾ, ਉਹਨੂੰ ਆਪਾਂ ਵਧਾਤਾ।
ਉਹਨੂੰ ਵਧਾਉਣ ਤੋਂ ਬਾਅਦ ਹੁਣ ਆਪਾਂ ਉਹਨੂੰ ਇੱਕਦਮ ਫਿਕਸ ਕਰਨ ਦੀ ਗੱਲ ਕਰ ਰਹੇ ਹਾਂ। ਬਬਲ ਵਾਲੀ ਗੱਲ ਮੈਨੂੰ ਜਿਹੜੀ ਲੱਗਦੀ ਉਹ ਪਹਿਲਾਂ ਵੀ ਕੋਈ ਨਹੀਂ ਸੀ ਲੱਗਦੀ ਕਿ, ਤੇ ਬਬਲ ਵਾਲੀ ਗੱਲ ਮੈਨੂੰ ਹੁਣ ਵੀ ਨਹੀਂ ਲੱਗਦੀ ਹੈ, ਕਿਉਂਕਿ ਡਿਮਾਂਡ ਅੱਜ ਵੀ ਹੈਗੀ ਹੈ, ਸਪਲਾਈ ਅੱਜ ਵੀ ਹੈ ਨਹੀਂਗੀ ਮਾਰਕੀਟ ਦੇ ਵਿੱਚ। ਜੇ ਆਪਾਂ ਦੇਖੀਏ ਤਾਂ ਹੋ ਕੀ ਰਿਹਾ ਹੁਣ ਇਹ ਹੋ ਰਿਹਾ ਕਿ ਜਿਨ੍ਹਾਂ ਦੇ ਕੋਲ ਘਰ ਹੈਗੇ ਨੇ ਹੁਣ ਤਾਂ ਉਹਨਾਂ ਨੂੰ ਆਪਣੇ ਘਰਾਂ ਨੂੰ ਮੇਨਟੇਨ ਕਰਨਾ ਔਖਾ ਹੋ ਰਿਹਾ। ਨਵੇਂ ਲੈਣ ਵਾਲਾ ਤਾਂ ਪਾਰਟ ਹੁਣ ਇੱਕ ਅਲੱਗ ਹੋ ਗਿਆ। ਹੁਣ ਮੈਂ ਤੇ ਤੁਹਾਨੂੰ ਛੋਟੀ ਜੀ ਗੱਲ ਕਹਿਣਾ, ਮਤਲਬ ਜਿਹੜੀ ਚੀਜ਼ ਮੈਨੂੰ ਮਤਲਬ ਇੱਕ ਮੇਰੇ ਕੋਲ ਕੋਈ ਬੈਠੇ ਸੀਗੇ, ਉਹਨਾਂ ਨੇ ਗੱਲ ਕੀਤੀ, ਉਹ ਕਹਿੰਦੇ ਕਿ ਜਿਹੜਾ ਪਾਸ ਦੇ ਵਿੱਚ ਪ੍ਰਵੀਨ ਹੋਇਆ ਕਿ ਜਿੱਦਾਂ ਜਿਸ ਪ੍ਰਾਈਸ ਤੇ ਆਪਾਂ ਪ੍ਰਾਪਰਟੀਆਂ ਲੋਕਾਂ ਨੇ ਬਾਏ ਕੀਤੀਆਂ ਉਹਨਾਂ ਦੇ ਪ੍ਰਾਈਸ ਇੰਨੇ ਜ਼ਿਆਦਾ ਵੱਧ ਗਏ ਕਿ ਆਪਾਂ ਐਕਸਪੈਕਟ ਵੀ ਨਹੀਂ ਸੀ ਕੀਤਾ। ਉਹ ਲੋਕ, ਆਪਾਂ ਇੱਕ ਗੱਲ ਕਹਿ ਲਓ ਉਹਨਾਂ ਨੂੰ, ਤੁਸੀਂ ਲੱਕੀ ਕਹਿ ਲਓ, ਉਹਨਾਂ ਨੂੰ ਇਹ ਕਹਿ ਲਓ, ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਉਹ ਸਮਝਦਾਰ ਸੀ ਜਾਂ ਕੋਈ ਇਹੋ ਜਿਹੀ ਗੱਲ ਸੀ, ਉਹ ਮਾਰਕੀਟ ਸੀ। ਮਤਲਬ ਉਹ ਮਾਰਕੀਟ ਨੇ ਕਿਹੋ ਜਿਹਾ ਪਾਰਟ ਪਲੇ ਕੀਤਾ ਕਿ ਉਹਨਾਂ ਦੀ ਇਕੁਇਟੀ ਬਿਲਡ ਹੋ ਗਈ, ਉਹ ਥੋੜਾ ਜਿਹਾ ਠੀਕ ਪੋਜੀਸ਼ਨ 'ਚ ਆ ਗਏ। ਉਹਨਾਂ ਨੂੰ ਦੇਖਦੇ ਹੋਏ ਕਈ ਵਿਚਾਰੇ ਲੋਕ ਆ ਜਿਹੜੇ ਉਸ ਸਾਈਕਲ ਦੇ ਵਿੱਚ ਉਹ ਫਸ ਗਏ। ਔਰ ਹੁਣ ਕੀ ਹੋਇਆ, ਹੁਣ ਉਹ ਜਿਹੜਾ ਬਬਲ ਸੀ, ਉਹ ਬਬਲ ਤਾਂ ਕੀ ਰਿਹਾ, ਹੁਣ ਤਾਂ ਉਹ ਬਬਲ ਤੋਂ ਵੀ ਚੀਜ਼ਾਂ ਥੱਲੇ ਚਲੇ ਗਈਆਂ। ਬਹੁਤ ਇਹੋ ਜਿਹੀਆਂ ਫੈਮਿਲੀਜ਼ ਨੇ ਜਿਹੜੀਆਂ ਕਿ ਆਪਣੀ ਇਕੁਇਟੀ ਤੇ ਆਪਣੀਆਂ ਸੇਵਿੰਗਸ ਇਸ ਮਾਰਕੀਟ ਦੇ ਵਿੱਚ ਲੂਜ਼ ਕਰ ਚੁੱਕੀਆਂ ਨੇ। ਉਹ ਤਰਨ ਜੀ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ 5-10 ਸਾਲ ਤੱਕ ਵੀ ਉਹਨਾਂ ਚੀਜ਼ਾਂ ਨੂੰ ਰਿਕਵਰ ਕਰ ਪਾਣਗੇ। ਲੋਕਾਂ ਨੇ ਇਹਦੇ ਨਾਲ ਆਪਦੇ ਸਾਰੇ ਲਾਈਨ ਆਫ ਕ੍ਰੈਡਿਟਸ ਵਗੈਰਾ ਸਭ ਚੁੱਕ ਚੁੱਕੇ ਨੇ ਤੇ ਇਸ ਵਕਤ ਉਹਨਾਂ ਦੇ ਲਈ ਬਹੁਤ ਔਖਾ ਹੋਇਆ ਪਿਆ ਕਿ ਆਪਦੀ ਮਾਰਗੇਜਸ ਹੀ ਅਫੋਰਡ ਕਰ ਸਕਣ। ਲਾਈਨ ਆਫ ਕ੍ਰੈਡਿਟ ਦੀ ਵੀ ਗੱਲ ਛੱਡੋ ਤੁਸੀਂ, ਇੱਕ ਅੱਜ ਵੀ ਸਾਡੇ ਕੋਲ ਹਰ ਰੋਜ਼ ਇਦਾਂ ਦੀਆਂ 2-3 ਕਾਲਸ ਜ਼ਰੂਰ ਆਉਂਦੀਆਂ ਨੇ ਔਰ ਅਸੀਂ ਇਹੋ ਜਿਹੇ ਲੋਕਾਂ ਨਾਲ ਮਤਲਬ ਸਾਡੀ ਰੋਜ਼ ਕੋਈ ਨਾ ਕੋਈ ਕਿਸੇ ਤਰੀਕੇ ਨਾਲ ਇੰਟਰੈਕਸ਼ਨ ਵੀ ਹੁੰਦੀ ਆ। ਕਈ ਲੋਕ ਇਸ ਤਰ੍ਹਾਂ ਦੇ ਨੇ, ਮੈਂ ਹੁਣ ਇੱਥੇ ਇੱਕ ਬਿਲਡਰ ਦਾ ਨਾਂ ਨਹੀਂ ਲੈਣਾ ਚਾਹੁੰਦਾ, ਬਰੈਂਪਟਨ ਦੇ ਵਿੱਚ ਲੋਕਾਂ ਨੇ ਕਾਫੀ ਰੌਲਾ ਵੀ ਪਾਇਆ। ਅੱਜ ਵੀ ਮੈਨੂੰ ਕਿਸੇ ਦਾ ਫੋਨ ਆਇਆ ਕਿ ਕੁਝ ਹੋ ਸਕਦਾ। ਇੱਕ ਬੰਦਿਆਂ ਨੇ ਜੀ ਦੇਖੋ 2.3 ਮਿਲੀਅਨ ਦਾ ਘਰ ਲਿਆ ਜੀ, $3 ਲੱਖ ਉਹਨਾਂ ਨੇ ਡਿਪੋਜ਼ਿਟ ਦਿੱਤਾ ਹੋਇਆ ਬਿਲਡਰ ਨੂੰ। ਅੱਜ ਘਰ ਦੀ ਅਪਰੇਜ਼ਲ ਆ ਰਹੀ ਹੈ ਜੀ 17 ਲੱਖ ਉਸ ਪ੍ਰਾਪਰਟੀ ਦੀ। ਠੀਕ ਹੈ ਜੀ, 3 ਲੱਖ ਤਾਂ ਉਹਨਾਂ ਦਾ ਜੋ ਜਿਹੜਾ ਜਾਣਾ ਸੀ ਉਹ ਚਲਾ ਗਿਆ। ਉਹ ਤਾਂ ਚਲੋ ਉਹ ਉਸ ਚੀਜ਼ ਲਈ ਤਾਂ ਮੈਂਟਲੀ ਪ੍ਰਿਪੇਅਰਡ ਨੇ ਕਿ ਸਾਡਾ 3 ਲੱਖ ਜਿਹੜਾ ਡਿਪੋਜ਼ਿਟ ਹੀ ਚਲਾ ਜਾਵੇ ਸਾਡਾ, ਉਹਦੇ ਨਾਲ ਹੀ ਜੇ ਅਸੀਂ ਇਸ ਪ੍ਰੋਬਲਮ ਚੋਂ ਬਾਹਰ ਆ ਜਾਈਏ। ਇਨਫੈਕਟ ਇੱਕ ਸੱਜਣ ਇਹੋ ਜਿਹੇ ਸੀ, ਉਹ ਵਿਚਾਰੇ ਇੰਨੇ ਪਰੇਸ਼ਾਨ ਸੀ, ਉਹ ਮੈਨੂੰ ਕਹਿੰਦੇ ਕਿ ਪ੍ਰਵੀਨ ਜੇ ਕੋਈ ਬੰਦਾ ਮੇਰੇ ਤੋਂ $1 ਲੱਖ ਹੋਰ ਲੈਂਦਾ ਮੈਂ ਆਪਦੀ ਪਾਕਟ ਚੋਂ $1 ਲੱਖ ਹੋਰ ਦੇ ਦੇਣਾ, ਪਰ ਮੈਨੂੰ ਇਸ ਚੱਕਰ ਚੋਂ ਬਾਹਰ ਕਢਾਓ। ਹੁਣ ਤੁਸੀਂ ਇੱਕ ਚੀਜ਼ ਦੇਖੋ, $4 ਲੱਖ ਜੇ ਕੋਈ ਬੰਦਾ 1 ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਲੂਜ਼ ਕਰ ਜਵੇ ਔਰ ਉਹਨੂੰ $4 ਲੱਖ ਕਮਾਉਣ ਨੂੰ ਟਾਈਮ ਕਿੰਨਾ ਲੱਗਦਾ। ਇੱਥੇ ਹੁਣ ਕਈ ਦਰਸ਼ਕ ਇਹ ਵੀ ਸੋਚਣਗੇ ਵੀ ਸ਼ਾਇਦ ਉਹ ਲੋਕ ਵੀ ਨੇ ਜਿਨ੍ਹਾਂ ਨੇ ਪੈਸੇ ਬਣਾਏ ਆ। ਮੈਂ ਪਹਿਲਾਂ ਹੀ ਇਹ ਗੱਲ ਕੀਤੀ ਹੈ ਕਿ ਉਹ ਕੁਝ ਇਹੋ ਜਿਹੀ ਜਿਵੇਂ ਕਹ ਲਓ ਸਾਈਕਲ ਸੀ ਕਿ ਲੋਕੀ ਲੱਕੀ ਰਹੇ ਜਿਹੜੇ ਕੁਝ ਇਕੁਇਟੀ ਬਿਲਡ ਕਰ ਗਏ ਜਾਂ ਕਿਹੜੇ ਲੋਕੀ ਉਹ ਇਕੁਇਟੀ ਨੂੰ ਕੈਸ਼ ਕਰ ਗਏ, ਆਪਾਂ ਉਹਨੂੰ ਜਿੱਦਾਂ ਮਰਜ਼ੀ ਕਹਿ ਲਈਏ। ਬਟ ਉਹ ਜਿਹੜਾ ਪਿਛਲੇ 15 ਸਾਲ ਦਾ ਸਿਨੈਰੀਓ ਸੀ ਉਹ ਇੱਕ ਨਾਰਮਲ ਸਿਨੈਰੀਓ ਨਹੀਂ ਸੀਗਾ। ਤੁਸੀਂ ਬਬਲ ਦੀ ਗੱਲ ਕੀਤੀ ਹੈ ਸਰ, ਅੱਜ ਹੀ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੀ ਸੀ ਕਿ ਬਰੈਂਪਟਨ ਜਿਹੜੀ ਇਸ ਵਕਤ ਕੈਨੇਡਾ ਦੇ ਵਿੱਚ ਹਾਈਐਸਟ ਰੈਂਟਲ ਮਾਰਕੀਟ ਬਣ ਚੁੱਕੀ ਹੈ, ਜਿਸ ਤਰੀਕੇ ਨਾਲ ਗਰੋ ਕਰ ਰਹੀ ਹੈ। ਫਿਰ ਇਸ ਤਰੀਕੇ ਨਾਲ ਡਿਮਾਂਡ ਤਾਂ ਘਟਣੀ ਨਹੀਂ ਹੈਗੀ। ਫਿਰ ਇੱਥੇ ਰੀਅਲ ਐਸਟੇਟ ਦਾ ਤੁਸੀਂ ਕੀ ਅੱਗੇ ਫਿਊਚਰ ਦੇਖਦੇ ਹੋ, ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਤੁਸੀਂ ਦੇਖਦੇ ਹੋ? ਡੈਫੀਨਿਟਲੀ ਜਿਹੜੀ ਰੈਂਟਲ ਦੀ ਤੁਸੀਂ ਵੀਡੀਓ ਵੀ ਵਾਇਰਲ ਹੁੰਦੀਆਂ ਦੇਖੀਆਂ ਹੋਣੀਆਂ ਕਿ ਬਹੁਤ ਕ੍ਰਿਟੀਕਲ ਸਿਚੁਏਸ਼ਨ ਜੇ ਮੈਂ ਕਹਾਂ ਵੀ ਬਣੀ ਹੋਈ ਹੈ, ਬੜੀ ਅਲਾਰਮਿੰਗ ਸਿਚੁਏਸ਼ਨ ਬਣੀ ਹੋਈ ਹੈ ਰੈਂਟਲ ਪ੍ਰਾਪਰਟੀਆਂ ਨੂੰ ਲੈ ਕੇ। ਇੱਕ ਰੈਂਟਲ ਪ੍ਰਾਪਰਟੀ ਜਿਹੜੀ ਆ ਉਹਦੇ ਤੇ 10 ਆਫਰਸ ਆ ਰਹੀਆਂ ਲੀਜ਼ ਵਾਸਤੇ। ਮਤਲਬ ਮਲਟੀਪਲ ਆਫਰਸ ਉਹਦੇ ਚ ਹੋ ਰਹੀਆਂ। ਲੋਕ ਜਿੰਨੇ ਤੇ ਲਿਸਟ ਕੀਤਾ ਹੋਇਆ ਉਸ ਤੋਂ ਵੱਧ ਪ੍ਰਾਈਸ ਦੇਣ ਨੂੰ ਤਿਆਰ ਹੈਗੇ ਨੇ, ਪਰ ਡਿਮਾਂਡ ਜਿਹੜੀ ਹੈ ਜ਼ਿਆਦਾ ਹੈ ਔਰ ਸਪਲਾਈ ਬਹੁਤ ਘੱਟ ਹੈ। ਇਹਦਾ ਜਿਹੜਾ ਆਪਾਂ ਪਿਛਲੇ ਵੀ ਪ੍ਰੋਗਰਾਮ 'ਚ ਗੱਲ ਕੀਤੀ ਸੀਗੀ ਕਿ ਸਿੱਧਾ ਇਹਦਾ ਜਿਹੜਾ ਕਹ ਲੋ ਹੱਲ ਹੈ ਉਹ ਨਵੀਂ ਇਨਵੈਂਟਰੀ ਦਾ ਮਾਰਕੀਟ ਦੇ ਵਿੱਚ ਆਉਣਾ। ਔਰ ਨਵੀਂ ਇਨਵੈਂਟਰੀ ਤਾਂ ਹੀ ਆਏਗੀ ਜਦੋਂ ਗਵਰਨਮੈਂਟ ਜਿਹੜੀਆਂ ਇਹ ਸਾਰੀਆਂ ਡਿਵੈਲਪਮੈਂਟ ਦੀਆਂ ਪ੍ਰੋਸੈਸਸ ਨੇ ਉਹਨਾਂ ਨੂੰ ਹੋਰ ਸੁਖਾਲਾ ਬਣਾਉਗੀ। ਹਾਲਾਂਕਿ ਆਪਣਾ ontario ਦੇ ਲੰਡਨ ਦੇ ਵਿੱਚ ਸਾਡੇ ਪ੍ਰਾਈਮ ਮਿਨਿਸਟਰ ਔਰ ਹਾਊਸਿੰਗ ਮਿਨਿਸਟਰ ਨੇ ਐਲਾਨ ਵੀ ਕੀਤਾ ਕਿ ਉਹ ਮਿਊਨਿਸਪੈਲਿਟੀਜ਼ ਨੂੰ ਉਹਨਾਂ ਨੇ ਇੱਕ ਫੰਡ ਜਿਹੜਾ ਉਹ ਜਾਰੀ ਕੀਤਾ ਆ, ਲੇਕਿਨ ਉਹਦਾ ਰਿਜ਼ਲਟ ਜਿਹੜਾ ਉਹ ਅੱਜ ਨਹੀਂ ਆਉਣ ਵਾਲੇ 4-5-10 ਸਾਲਾਂ ਦੇ ਵਿੱਚ ਆਏਗਾ। ਲੋੜ ਹੁਣ ਹੈਗੀ ਹੈ। ਸੋ ਕੁਝ ਨਵਾਂ ਜਿਹੜਾ ਜਿੰਨੀ ਦੇਰ ਨਹੀਂ ਬਣਦਾ ਇਹ ਸਿਚੁਏਸ਼ਨ ਅਲਾਰਮਿੰਗ ਰਹੇਗੀ ਜਾਂ ਇਹਦਾ ਕੋਈ ਹੋਰ ਹੱਲ ਨਿਕਲ ਸਕਦਾ ਹੈ।
ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀਗੀ ਕਿ ਜਿਹੜਾ ਓਨਟਾਰੀਓ ਆ ਉਹਦੇ ਵਿੱਚ ਤਕਰੀਬਨ ਜੇ ਮੈਂ ਗਲਤ ਨਾ ਹੋਵਾਂ 2.2 ਮਿਲੀਅਨ ਬੈਡਰੂਮਸ ਜਿਹੜੇ ਨੇ ਉਹ ਖਾਲੀ ਪਏ ਨੇ। ਲੇਕਿਨ ਉਹ ਬੈਡਰੂਮ ਕਿਹੜੇ ਨੇ ਜੀ ਕਿ ਮੋਸਟਲੀ ਵੱਡੇ ਘਰ ਨੇ। ਹੁਣ ਜੇ ਕੋਈ ਬੰਦਾ ਜਿਹੜਾ ਵੱਡਾ ਘਰ ਅਫੋਰਡ ਕਰ ਸਕਦਾ ਤਾਂ ਉਹਨੂੰ ਇਹ ਲੱਗਦਾ ਕਿ ਉਹ ਮਤਲਬ ਆਪਣਾ ਪ੍ਰਾਪਰਟੀ ਜਿਹੜੀ ਕਿਸੇ ਹੋਰ ਨਾਲ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦਾ ਉਹ ਲਾਈਫ ਸਟਾਈਲ ਆ ਉਸ ਤਰ੍ਹਾਂ ਦਾ। ਸੋ ਸ਼ਾਇਦ ਕੁਝ ਕ੍ਰੀਏਟਿਵ ਜਿਹੜੇ ਸੋਲੂਸ਼ਨਸ ਇਹਦੇ ਸਾਨੂੰ ਲੱਭਣੇ ਪੈਣ। ਇਹ ਤਾਂ ਹੀ ਪੋਸੀਬਲ ਹੋ ਸਕਦਾ ਜੇ ਸਾਰੀਆਂ ਜਿਹੜੇ ਲੈਵਲਸ ਆਫ ਗਵਰਨਮੈਂਟਸ ਨੇ ਮਿਲ ਕੇ ਕੰਮ ਕਰਨ ਔਰ ਇਸ ਪਾਸੇ ਵੱਲ ਜਿਹੜੀ ਆ ਪਹਿਲਾ ਕਦਮ ਤਾਂ ਉਹਨਾਂ ਨੇ ਚੱਕ ਹੀ ਲਿਆ ਆ। ਸੋ ਲੱਗ ਰਿਹਾ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਆ ਇਹ ਪ੍ਰੋਬਲਮ ਜਿਹੜੀ ਆ ਸ਼ਾਇਦ ਕਿਸੇ ਹੱਦ ਤੱਕ ਸੋਲਵ ਹੋ ਜਾਵੇ। ਉਹ ਗੱਲ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਵੀ ਕਰ ਰਹੇ ਨੇ। ਜੇ ਸਿਚੁਏਸ਼ਨ ਇਸੇ ਤਰ੍ਹਾਂ ਰਹੀ ਸ਼ਾਇਦ ਉਸ ਪਾਸੇ ਵੀ ਕੋਈ ਡਿਸੀਜਨ ਲੈ ਲਿਆ ਜਾਵੇ। ਰੀਅਲ ਸਟੇਟ ਦੇ ਵਿੱਚ ਜਿਹੜੀਆਂ ਪ੍ਰਾਈਸਿਸ ਹੈਗੀਆਂ ਜੀ ਉਹ ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ ਕਿ ਡਿਮਾਂਡ ਐਂਡ ਸਪਲਾਈ ਦੀ ਸਾਰੀ ਖੇਡ ਹੈ। ਖਾਸ ਕਰਕੇ ਜੇ ਆਪਾਂ GTA ਦੀ ਮਾਰਕੀਟ ਨੂੰ ਦੇਖੀਏ ਇੱਥੇ ਡਿਮਾਂਡ ਇੰਨੀ ਜ਼ਿਆਦਾ ਆ ਕਿ ਸਪਲਾਈ ਜਿਹੜੀ ਆ ਉਹ ਪੂਰੀ ਹੋ ਹੀ ਨਹੀਂ ਸਕਦੀ। ਮੇਰੇ ਖਿਆਲ ਚ ਆਪਾਂ ਪਿਛਲੀ ਵਾਰ ਗੱਲ ਕਰ ਰਹੇ ਸੀਗੇ ਕਿ 4 ਮਿਲੀਅਨ ਦੇ ਕਰੀਬ ਘਰ ਜਿਹੜੇ ਨੇ ਉਹ ਸ਼ੋਰਟ ਹੋਣਗੇ 2030 ਤੱਕ ਜੇ ਆਪਾਂ ਹਿਸਾਬ ਲਾਈਏ ਤਾਂ। ਸੋ ਕਿੱਥੋਂ ਇਹ ਮਤਲਬ ਸ਼ਾਰਟੇਜ ਜਿਹੜੀ ਹੈ ਪੂਰੀ ਹੋ ਜਾਏਗੀ ਔਰ ਜੇ ਸ਼ਾਰਟੇਜ ਰਹਿੰਦੀ ਹੈ ਤਾਂ ਡੈਫੀਨਿਟਲੀ ਪ੍ਰਾਈਸਿਸ ਜਿਹੜੀਆਂ ਨੇ ਉਹ ਡੈਫੀਨਿਟਲੀ ਮਾਰਕੀਟ ਦੇ ਵਿੱਚ ਹਮੇਸ਼ਾ ਉੱਪਰ ਹੀ ਗਈਆਂ ਜੇ ਆਪਾਂ ਹਿਸਟੋਰੀਕਲੀ ਵੀ ਦੇਖੀਏ। ਆਮ ਤੌਰ ਤੇ ਜਦੋਂ ਪੈਂਡੈਮਿਕ ਵੀ ਆਇਆ ਸੀ ਉਦੋਂ ਕਾਫੀ ਬਿਜ਼ਨੈਸਿਸ ਬੰਦ ਰਹੇ ਨੇ ਪਰ ਜਿਹੜੀਆਂ ਚੀਜ਼ਾਂ ਚੱਲੀਆਂ ਨੇ ਉਹਦੇ ਵਿੱਚ ਕੰਸਟਰਕਸ਼ਨ ਵਰਕ ਵੀ ਚੱਲਿਆ ਸੀਗਾ ਕਿ ਕੰਸਟਰਕਸ਼ਨ ਵਰਕਰਸ ਜਿਹੜੇ ਉਹ ਕੰਮ ਕਰਨਗੇ। ਇਹ ਕਿਹੜੇ ਕੰਸਟਰਕਸ਼ਨ ਵਰਕਰਸ ਜਾਂ ਕਿਸ ਟਾਈਪ ਦੀ ਕੰਸਟਰਕਸ਼ਨ ਹੋ ਰਹੀ ਸੀ ਕਿ ਘਰਾਂ ਵੱਲ ਤਾਂ ਕਿਸੇ ਦਾ ਧਿਆਨ ਨਹੀਂ ਗਿਆ ਹੈਗਾ ਜਾਂ ਇੰਨੇ ਸਮੇਂ ਦੇ ਵਿੱਚ ਸਰਕਾਰ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ? ਤੁਸੀਂ ਜਿਵੇਂ ਗੱਲ ਕੀਤੀ ਹੈ ਕਿ GTA ਦੀ ਜਿਹੜੀ ਮਾਰਕੀਟ ਹੈਗੀ ਆ ਉਹ ਡਿਮਾਂਡ ਦੇ ਉੱਤੇ ਡਿਪੈਂਡ ਕਰਦੀ ਆ। ਹੁਣ ਜਦ ਇੰਨੀ ਜ਼ਿਆਦਾ ਇਸ ਵਕਤ ਆਬਾਦੀ ਇੱਥੇ ਹੈਗੀ ਹੈ ਕਿ ਲੋਕਾਂ ਨੂੰ ਰੈਂਟਲੀ ਨਹੀਂ ਮਿਲ ਰਿਹਾ ਹੈਗਾ, ਗਵਰਨਮੈਂਟ ਕੀ ਇਸ ਚੀਜ਼ ਨੂੰ ਦੇਖ ਰਹੀ ਹੈ? ਅਫੋਰਡੇਬਿਲਿਟੀ ਇਹ ਚੀਜ਼ ਨੂੰ ਸੋਚ ਰਹੀ ਹੈ ਕਿ ਤੁਹਾਡੀ ਅਫੋਰਡੇਬਿਲਿਟੀ ਇੰਨੀ ਹੈ ਕਿ ਤੁਸੀਂ ਇੰਨੇ ਹਾਈ ਰੈਂਟ ਪੇ ਕਰ ਰਹੇ ਹੋ, ਜਾਂ ਉਹਨਾਂ ਨੂੰ ਦਿਖ ਨਹੀਂ ਰਿਹਾ ਕਿ ਇਸ ਵਕਤ ਡਿਮਾਂਡ ਇੰਨੀ ਜ਼ਿਆਦਾ ਹੈਗੀ ਹੈ ਕਿ ਲੋਕਾਂ ਨੂੰ ਰਹਿਣ ਲਈ ਛੱਤ ਚਾਹੀਦੀ ਹੈ? ਤਰਨ ਜੀ ਮੈਂ ਮਤਲਬ ਜਿਵੇਂ ਕਹ ਲਓ ਕਿ ਫਸਟ ਟਾਈਮ ਕੱਲ ਹੋਇਆ ਇੱਕ ਸਾਡੇ ਮਤਲਬ ਕੋਈ ਪ੍ਰੋਪਰਟੀ ਵੇਚਣ ਵਾਲੇ ਸੈਲਰ ਸੀ, ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ। ਓਬਵੀਅਸਲੀ ਸੈਲਰ ਸਾਰੇ ਪਰੇਸ਼ਾਨ ਨੇ ਮਤਲਬ ਕਿਉਂਕਿ ਪ੍ਰੋਪਰਟੀ ਜਲਦੀ ਸੈਲ ਨਹੀਂ ਹੋ ਰਹੀਆਂ। ਓਬਵੀਅਸਲੀ ਸੈਕੰਡਲੀ ਪ੍ਰਾਈਸ ਨਹੀਂ ਉਹਨਾਂ ਨੂੰ ਉਹ ਮਿਲ ਰਿਹਾ ਔਰ ਉਹਨਾਂ ਨੂੰ ਪ੍ਰੋਪਰਟੀ ਨੂੰ ਮੇਨਟੇਨ ਕਰਨਾ ਕਈਆਂ ਨੂੰ ਕਾਫੀ ਔਖਾ ਹੋ ਰਿਹਾ ਕਿਉਂਕਿ ਮੌਰਗੇਜ ਦੀ ਪੇਮੈਂਟ ਦੇਣੀ ਔਖੀ ਆ। ਤਾਂ ਉਹ ਕੱਲ ਮੈਨੂੰ ਇੱਕ ਗੱਲ ਕਹਿੰਦੇ, ਉਹ ਕਹਿੰਦੇ ਕਿ ਵੀ ਪ੍ਰਵੀਨ ਮੈਨੂੰ ਇਹ ਲੱਗ ਰਿਹਾ ਵੀ ਮੈਂ ਫਸਟ ਟਾਈਮ ਆਪਣੇ ਬੱਚਿਆਂ ਨੂੰ ਇਹ ਗੱਲ ਕਹਿ ਰਿਹਾ ਵਾਂ ਕਿ ਤੁਹਾਨੂੰ ਕੈਨੇਡਾ ਤੋਂ ਬਾਹਰ ਕੋਈ ਹੋਰ ਆਪਸ਼ਨ ਹੁਣ ਦੇਖਣੀ ਚਾਹੀਦੀ ਆ। ਕਿ ਹਾਲਾਂਕਿ ਉਹਨਾਂ ਦੇ ਬੱਚਿਆਂ ਨੇ ਇੱਥੇ ਐਜੂਕੇਸ਼ਨ ਲਈ ਹੈ, ਇੱਥੋਂ ਦੇ ਬੋਰਨ ਆ ਬੱਚੇ ਉਹਨਾਂ ਨੇ ਇੱਥੇ ਐਜੂਕੇਸ਼ਨ ਲਈ ਆ। ਸੋ ਜੋ ਆਪਾਂ ਜਿਵੇਂ ਇੰਡੀਆ ਦੇ ਵਿੱਚ ਦੇਖਦੇ ਹੁੰਦੇ ਸੀਗੇ ਔਰ ਜੋ ਇੰਡੀਆ 'ਚ ਹੋ ਰਿਹਾ ਕਿ ਚਲੋ ਹੁਣ ਤਾਂ ਉੱਥੋਂ ਸਟੂਡੈਂਟ ਆ ਰਿਹਾ ਪਰ ਜਿਸ ਟਾਈਮ ਤੇ ਅਸੀਂ ਆਏ ਆ ਉਦੋਂ ਉੱਥੋਂ ਮੈਕਸਿਮਮ ਪ੍ਰੋਫੈਸ਼ਨਲਸ ਆਏ ਨੇ। ਉਹ ਮੈਂ ਅੱਗੇ ਵੀ ਇੱਕ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀਗਾ। ਤੇ ਜਿਹੜੇ ਗਵਰਨਮੈਂਟ ਕਾਲਜ ਨੇ ਜੀ, ਜਿਹੜੇ ਉੱਥੇ ਇੰਜੀਨੀਅਰਿੰਗ ਕਾਲਜ ਆ ਗਵਰਨਮੈਂਟ ਕਾਲਜ, ਉਹਨਾਂ ਦੀ ਫੀਸਾਂ 5-5 700 ਰੁਪਇਆ ਹੁੰਦੀ ਸੀ ਜੀ ਇੱਕ ਸਮੈਸਟਰ ਦੀ। ਠੀਕ ਹੈ ਜੀ, ਉਹ ਮਤਲਬ ਸਬਸਿਡੀ ਦਿੰਦੇ ਸੀਗੇ ਗਵਰਨਮੈਂਟ ਤੇ ਉਹ ਫੀਸਾਂ ਹੁੰਦੀਆਂ ਸੀ ਔਰ ਬੰਦਾ ਉੱਥੇ ਇੰਜੀਨੀਅਰ ਬਣਦਾ ਸੀ, ਉੱਥੇ ਮੈਡੀਕਲ ਪ੍ਰੋਫੈਸ਼ਨਲ ਬਣਦਾ ਸੀ ਔਰ ਆ ਕੇ ਕੰਟਰੀਬਿਊਟ ਕਰਦਾ ਸੀਗਾ ਨਾਰਥ ਅਮਰੀਕਾ ਦੇ ਵਿੱਚ। ਉਹ ਸੇਮ ਚੀਜ਼ ਆ ਜਿਹੜੀ ਹੁਣ ਇੱਥੇ ਹੁੰਦੀ ਜਾ ਰਹੀ ਆ। ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਕਿਹਾ ਕਿ ਵੀ ਨਾ ਤਾਂ ਤੁਸੀਂ ਇੱਥੇ ਘਰ ਲੈ ਸਕਦੇ ਹੋ ਹੁਣ, ਠੀਕ ਹੈ ਜੀ, ਔਰ ਨਾ ਹੀ ਤੁਸੀਂ ਇੱਥੇ ਰੈਂਟ ਪੇ ਕਰ ਸਕਦੇ ਹੋ। ਨਾ ਤੁਸੀਂ ਘਰ ਲੈ ਸਕਦੇ ਹੋ, ਨਾ ਤੁਸੀਂ ਰੈਂਟ ਪੇ ਕਰ ਸਕਦੇ ਹੋ, ਤੇ ਨਾ ਹੀ ਤੁਹਾਡੀ ਇੱਥੇ ਤਨਖਾਹ ਵਧਣੀ ਆ। ਜੋ ਤੁਸੀਂ ਇਹ ਸੋਚ ਰਹੇ ਹੋ ਵੀ ਜੇ ਕੋਈ ਤੁਹਾਡੀ ਸੈਲਰੀ ਵਧ ਜੂਗੀ, ਉਹ ਵੀ ਨਹੀਂ ਹੋਣ ਵਾਲਾ। ਤੋ ਜੋ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਆਪਾਂ ਆਏ ਸੀਗੇ ਉਦੋਂ ਕੈਨੇਡਾ ਆਉਣ ਦਾ ਇੱਕ ਸਭ ਤੋਂ ਵੱਡਾ ਕਾਰਨ ਕੀ ਸੀ? ਇੱਕੋ ਇੱਕ ਇਹੀ ਕਾਰਨ ਸੀ ਕਿ ਜੇ ਆਪਾਂ ਇੱਥੇ ਆਉਂਦੇ ਤਾਂ ਆਪਣੀ ਇੱਕ ਲਾਈਫ ਵਧੀਆ ਲਾਈਫ ਬਣਦੀ ਆ। ਉਹ ਹੁਣ ਜਿਹੜੀ ਚੀਜ਼ ਆ ਉਹ ਇੱਥੇ ਵੀ ਮਤਲਬ ਜਿਵੇਂ ਕਹ ਲਓ ਕਿ ਡਿਸਟਰਬ ਹੋਣਾ ਸ਼ੁਰੂ ਹੋ ਗਈ ਆ। ਉਹ ਹੁਣ ਅੱਜ ਜੇ ਤੁਸੀਂ ਇੱਕ ਚੀਜ਼ ਦੇਖੋ, ਅਫੋਰਡੇਬਿਲਿਟੀ ਦੀ ਆਪਾਂ ਗੱਲ ਕਰੀਏ, ਚਲੋ ਆਪਾਂ ਲੋਕਾਂ ਨੂੰ ਫੋਰਸਫੁਲੀ ਰੋਕ ਲਿਆ ਘਰ ਲੈਣ ਤੋਂ, ਲੋਕਾਂ ਨੂੰ ਆਪਾਂ ਘਰ ਲੈਣ ਤੋਂ ਰੋਕ ਲਿਆ, ਮੌਰਗੇਜ ਦਾ ਰੇਟ ਵਧਾਤਾ, ਪਰ ਇੰਟਰਸਟ ਉਹ ਜਿਹੜਾ ਮੌਰਗੇਜ ਦਾ ਰੇਟ ਵਧਿਆ ਉਹਦੇ ਨਾਲ ਰੈਂਟ ਵੀ ਵਧ ਗਿਆ। ਜੇ ਆਪਾਂ ਸੋਲੂਸ਼ਨ ਦੀ ਗੱਲ ਕਰੀਏ, ਜਿੱਦਾਂ ਹੁਣ ਅੱਜ ਵੀ ਸਰਕਾਰ ਨੇ 1 ਮਿੰਟ ਦੇ ਵਿੱਚ ਫੈਸਲਾ ਲੈ ਲਿਆ ਜੀ ਕਿ ਅਸੀਂ ਆਪਣੇ ਡਿਸੀਜਨ ਨੂੰ ਵਾਪਸ ਕਰਦੇ ਹਾਂ। ਠੀਕ ਹੈ ਜੀ, ਜੇ ਗਵਰਨਮੈਂਟ ਇਹ ਚਾਹੇ, ਇਹ ਕਿਉਂ ਨਹੀਂ ਹੋ ਸਕਦਾਗਾ ਕਿ ਜਿਹੜਾ ਤੁਹਾਡਾ ਪ੍ਰਿੰਸੀਪਲ ਰੈਜ਼ੀਡੈਂਸ ਹੈ ਜੀ ਕਿ ਉਹਦੇ ਤੇ ਇੰਟਰਸਟ ਰੇਟ ਹੈ ਜਿਹੜਾ ਨਹੀਂ ਜ਼ਿਆਦਾ ਹੋਊਗਾ, ਉਹਨੂੰ ਕੁਝ ਰੀਜ਼ਨੇਬਲ ਅਮਾਉਂਟ ਰੱਖਿਆ ਜਾਵੇ। ਜਿਹੜਾ ਬੰਦਾ ਇਨਵੈਸਟਮੈਂਟ ਕਰ ਰਿਹਾ, ਜਿਹੜਾ ਬੰਦਾ ਪੈਸੇ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਚਲੋ ਲੈ ਲਓ ਉਹਦੇ ਤੋਂ ਪੈਸੇ ਜ਼ਿਆਦਾ,
ਮਤਲਬ ਠੀਕ ਹੈ ਜੀ, ਪਰ ਜਿਹੜਾ ਬੰਦਾ ਵਿਚਾਰਾ ਮਤਲਬ ਬੜੀ ਮੁਸ਼ਕਲ ਨਾਲ ਉਹ ਸਰਵਾਈਵ ਕਰ ਰਿਹਾ ਵਾ, ਉਹਨੂੰ ਆਪਾਂ ਇਹ ਚੀਜ਼ ਲਈ ਹੋਰ ਪੁਸ਼ ਕਰ ਰਹੇ ਹਾਂ ਕਿ ਤੁਸੀਂ ਮਤਲਬ ਆਪਣੇ ਮਾਰਕੀਟ ਚੋਂ ਬਾਹਰ ਨਿਕਲ ਜਾਓ। ਹੁਣ ਜੋ ਵਿਚਾਰਾ ਬਾਹਰ ਵੀ ਜਾਊਗਾ ਤਾਂ ਉਹਦੇ ਕੋਲ ਕੀ ਚੁਆਇਸ ਆ, ਉਹ ਬਾਹਰ ਜਾ ਕੇ ਵੀ ਕੀ ਚੁਆਇਸ ਆ। ਕਈ ਤਰਨ ਜੀ ਇਸ ਤਰ੍ਹਾਂ ਦੇ ਬੰਦੇ ਨੇ ਕਿ ਜਿਨ੍ਹਾਂ ਨੇ ਜਿੰਨੇ ਪੈਸੇ ਡਾਊਨ ਪੇਮੈਂਟ ਦੇ ਕੇ ਘਰ ਲਏ ਸੀਗੇ, ਅੱਜ ਜੇ ਉਹ ਆਪਣਾ ਘਰ ਵੇਚਦੇ ਆ ਜੀ ਨਾ ਅਫੋਰਡ ਕਰਨ ਵਾਸਤੇ, ਤਾਂ ਜਿਹੜੀ ਉਹਨਾਂ ਦੀ ਡਾਊਨ ਪੇਮੈਂਟ ਦਿੱਤੀ ਸੀ ਉਹ ਖਤਮ ਹੋ ਗਈ, ਔਰ ਉਹ ਦੁਬਾਰਾ ਘਰ ਲੈਣਾ ਤਾਂ ਦੂਰ ਦੀ ਗੱਲ ਆ, ਉਹ ਆਪਣੇ ਪੱਲਿਓਂ ਪੈਸੇ ਪਾ ਕੇ ਉਹਨਾਂ ਪ੍ਰਾਪਰਟੀਆਂ ਚੋਂ ਬਾਹਰ ਨਿਕਲਦੇ। ਸਰ ਘਰਾਂ ਦੀਆਂ ਕੀਮਤਾਂ ਵਧਣ ਦੇ ਕੀ ਚਾਂਸਸ ਨੇ? ਦੇਖੋ ਤਰਨ ਜੀ, ਇਹ ਹੈ ਕਿ ਜੋ ਡਿਮਾਂਡ ਆ, ਡਿਮਾਂਡ ਦੇ ਹਿਸਾਬ ਨਾਲ ਜੇ ਆਪਾਂ ਦੇਖੀਏ ਤਾਂ ਸਾਨੂੰ ਇਹ ਲੱਗਦਾ ਕਿ ਕੀਮਤ ਜ਼ਰੂਰ ਵਧੂਗੀ, ਕਿਉਂਕਿ ਡਿਮਾਂਡ ਜ਼ਿਆਦਾ ਸਪਲਾਈ ਘੱਟ ਆ। ਬਟ ਇਹ ਹੈ ਕਿ ਜੇ ਆਪਾਂ ਡਿਮਾਂਡ ਨੂੰ ਰੋਕ ਕੇ ਰੱਖਦੇ ਆ, ਮਤਲਬ ਫਾਰ ਦਾ ਟਾਈਮਿੰਗ ਜਿਵੇਂ ਆਪਾਂ ਹੁਣ ਰੋਕਿਆ ਹੋਇਆ, ਉਹਨਾਂ ਏਰੀਏ ਦੀ ਕੀਮਤ ਆ। ਅਦਰਵਾਈਜ਼ ਕਿਉਂਕਿ ਜਿਹੜਾ ਬੇਸਿਕ ਪ੍ਰੋਬਲਮ ਆ ਉਹਨੂੰ ਆਪਾਂ ਸੌਰਟ ਆਊਟ ਨਹੀਂ ਕਰਾਂਗੇ ਜਿੰਨਾ ਚਿਰ, ਇਹ ਚੀਜ਼ ਨੇ ਕੰਟਰੋਲ ਕਦੇ ਵੀ ਨਹੀਂ ਹੋਣਾ ਜੀ। ਤੇ ਸਮਾਂ ਆਪਣਾ ਹੁਣ ਅੱਗੇ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਕੁਝ ਆਪਸ਼ਨਸ ਦਿਖਾਉਣ ਦਾ ਆ। ਜੇਕਰ ਅਜੇ ਵੀ ਤੁਸੀਂ ਮਾਰਕੀਟ ਦੇ ਵਿੱਚ ਤੁਸੀਂ ਕੁਝ ਆਪਸ਼ਨਸ ਦੀ ਭਾਲ ਦੇ ਵਿੱਚ ਹੈਗੇ ਹੋ, ਤੁਹਾਨੂੰ ਕੁਝ ਲਿਸਟਿੰਗਸ ਦਿਖਾਉਣ ਲੱਗੀ ਆ, ਤੇ ਇਹਨਾਂ ਲਿਸਟਿੰਗਸ ਚੋਂ ਕੋਈ ਵੀ ਲਿਸਟਿੰਗ ਤੁਹਾਨੂੰ ਪਸੰਦ ਆਉਂਦੀ ਹੈ ਜਾਂ ਇਸ ਤੋਂ ਇਲਾਵਾ ਤੁਸੀਂ ਕੁਝ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਟੀਮ ਅਰੋੜਾ ਨੂੰ ਕੰਟੈਕਟ ਕਰ ਸਕਦੇ ਹੋ। ਸਰ ਅੱਜ ਆਪਣੇ ਕੋਲ ਕੀ ਆਪਸ਼ਨਸ ਨੇ? ਤਰਨ ਜੀ, ਆਪਾਂ 2-3 ਲਿਸਟਿੰਗਸ ਨੇ ਜਿਹੜੀਆਂ ਅੱਜ ਉਹਨਾਂ ਦੇ ਬਾਰੇ ਜ਼ਿਕਰ ਕਰਨਾ ਚਾਹਾਂਗੇ। ਇੱਕ ਤਾਂ ਸਭ ਤੋਂ ਪਹਿਲਾਂ ਇੱਕ ਪ੍ਰਾਪਰਟੀ ਹੈ ਜਿਹੜੀ ਆਪਾਂ ਇਹ ਸਟੀਲ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਏਰੀਆ ਦੇ ਵਿੱਚ ਆਪਾਂ ਲਾਈ ਆ। ਇਹ ਹੈਗੀ ਆ ਜੀ 102 ਕੋਸਟ ਲਾਈਨ। ਇਹ ਜਿਹੜੀ ਪ੍ਰਾਪਰਟੀ ਆ ਇਹ 3700 ਸਕੁਅਰ ਫੀਟ ਦਾ ਘਰ ਆ ਜੀ ਇਹ। ਹੁਣ ਇਹ ਜਿਹੜੇ ਘਰ ਨੇ, ਹੁਣ ਇਸ ਘਰ ਬਾਰੇ ਵੀ ਜੇ ਅਸੀਂ ਗੱਲ ਕਰੀਏ ਤਾਂ ਇੱਕ ਟਾਈਮ ਇਹੋ ਜਿਹਾ ਸੀਗਾ ਜੀ ਕਿ ਲੋਕੀ ਨਾ ਸਾਨੂੰ ਆਪਣਾ ਨਾਂ ਲਿਖਾਉਂਦੇ ਹੁੰਦੇ ਸੀਗੇ ਜੀ ਕਿ ਅਸੀਂ ਜੇ ਉੱਥੇ ਵਾਕਆਊਟ ਬੇਸਮੈਂਟ ਤੇ ਰਵੀਨ ਲੋਟ ਵਾਲਾ ਕੋਸਟ ਲਾਈਨ, ਕਿਉਂਕਿ ਇਹਦੇ ਪਿੱਛੇ ਗੋਲਫ ਕੋਰਸ ਆ ਜੀ, ਵੀ ਅਸੀਂ ਉੱਥੇ ਘਰ ਲੈਣਾ ਤਾਂ ਤੁਸੀਂ ਸਾਡਾ ਨਾਂ ਜ਼ਰੂਰ ਰੱਖਿਓ, ਯਾਦ ਰੱਖਿਓ ਵੀ ਜੇ ਤੁਹਾਡੇ ਕੋਲ ਕੋਈ ਪ੍ਰਾਪਰਟੀ ਆਏ ਤਾਂ ਅਸੀਂ ਲੈਣੀ ਆ। ਤੇ ਅੱਜ ਉਹ ਮਤਲਬ ਨਾਂ ਲਿਖਾਉਣ ਵਾਲੀ ਤਾਂ ਚਲੋ ਗੱਲਾਂ ਹੁਣ ਨਹੀਂ ਰਹੀਆਂ ਗਈਆਂ, ਤੇ ਹੁਣ ਤਾਂ ਮਤਲਬ ਜਿਵੇਂ ਕਹਿ ਲਓ ਕਿ ਜਿਸ ਪ੍ਰਾਈਸਿਸ ਤੇ ਉਹ ਪ੍ਰਾਪਰਟੀ ਸੀ ਉਹਦੇ ਨਾਲੋਂ ਮੱਚ ਮੋਰ ਮਤਲਬ ਜਿਵੇਂ ਕਹ ਲਓ ਕਿ ਬੈਟਰ ਆਪਸ਼ਨਸ ਨੇ। ਜੇ ਅੱਜ ਵੀ ਕਿਸੇ ਦੀ ਅਫੋਰਡੇਬਿਲਟੀ ਹੈਗੀ ਆ ਤਾਂ ਇਹ ਜਿਹੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਅੱਜ ਤੋਂ 5-7 ਸਾਲ ਬਾਅਦ ਲੈਣੀਆਂ ਮੇਰੇ ਹਿਸਾਬ ਨਾਲ ਬਹੁਤ ਔਖੀਆਂ ਨਾਮੁਮਕਿਨ ਹੋਣਗੀਆਂ, ਜਿਹੜੀਆਂ ਜਿਸ ਤਰ੍ਹਾਂ ਦੀ ਇਹ ਪ੍ਰਾਪਰਟੀਜ਼ ਨੇ ਜਿਹੜੀਆਂ ਜੀ ਇਹ, ਕਿਉਂਕਿ ਨਾ ਤਾਂ ਹੁਣ ਇਦਾਂ ਦੀਆਂ ਹੁਣ ਪ੍ਰਾਪਰਟੀ ਜ਼ਿਆਦਾ ਬਣ ਰਹੀਆਂ ਨੇ, ਕਿਉਂਕਿ ਬਿਲਡਰ ਨੂੰ ਵੀ ਇਹ ਹੈ ਕਿ ਇਹਨਾਂ ਨੂੰ ਮਾਰਕੀਟ 'ਚ ਵੇਚਣਾ ਔਖਾ ਪ੍ਰਾਈਸ ਪੁਆਇੰਟ ਦੇ ਹਿਸਾਬ ਨਾਲ। ਸੋ ਉਹਨਾਂ ਦੀ ਵੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਛੋਟੀ ਪ੍ਰਾਪਰਟੀਜ਼ ਹੋਣ। ਸੋ ਇਹ ਜਿਹੜੀ ਪ੍ਰਾਪਰਟੀ ਹੈ 3600-3700 ਸਕੁਅਰ ਫੀਟ ਦਾ ਡੀਟੈਚ ਘਰ ਹੈ ਜੀ, ਇਹਦੀ ਵਾਕਆਊਟ ਬੇਸਮੈਂਟ ਆ ਤੇ ਰਵੀਨ ਲੋਟ ਆ ਜੀ ਇਹ ਜਿਹੜੀ ਪ੍ਰਾਪਰਟੀ ਆ। ਔਰ ਇਹ ਜਿਹੜਾ ਏਰੀਆ ਵਾ ਇਹ ਬਹੁਤ ਹੀ ਪ੍ਰਾਈਮ ਏਰੀਆ ਵਾ, ਬਰੈਂਪਟਨ ਦੇ ਵਿੱਚ ਬਾਰਡਰ ਆ, ਬਰੈਂਪਟਨ ਤੇ ਮਿਸੀਸਾਗਾ ਦਾ। ਮਤਲਬ ਜੇ ਆਪਣੀ ਕੋਈ ਵੀ ਦਰਸ਼ਕ ਇਸ 'ਚ ਇੰਟਰਸਟਡ ਹੋਣ। ਇਹਦੇ ਨਾਲ ਹੀ ਇੱਕ ਸਾਡੀ ਜਿਹੜੀ ਦੂਸਰੀ ਪ੍ਰਾਪਰਟੀ ਆ ਜੀ ਇਹ ਹੈਗੀ ਆ 45 ਇੰਟਰਲੈਕਨ। ਇਹ ਜਿਹੜੀ 45 ਇੰਟਰਲੈਕਨ ਪ੍ਰਾਪਰਟੀ ਆ ਇਹ ਤਰਨ ਜੀ ਇਹ 5 ਬੈਡਰੂਮ ਦਾ ਘਰ ਆ। ਇਹ ਘਰ ਜਿਸ ਤਰ੍ਹਾਂ ਕਹਿ ਲਓ ਕਿ ਥੋੜਾ ਜਿਹਾ ਇਦਾਂ ਦੀ ਸਿਚੁਏਸ਼ਨ ਹੈ ਕਿ ਸੈਲਰਸ ਲਈ ਘਰ ਨੂੰ ਵੇਚਣਾ ਬਹੁਤ ਜ਼ਰੂਰੀ ਆ। ਇਹਦੀ ਵੀ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਆ। ਇਹ ਇਸ ਨੇਬਰਹੁੱਡ ਦੇ ਵਿੱਚ ਜਿਹੜੀ ਇਹ ਇੰਟਰਲੈਕਨ 45 ਵਾਲੀ ਪ੍ਰਾਪਰਟੀ ਹੈ ਜੀ, ਇਹ ਜੋ ਇਸ ਨੇਬਰਹੁੱਡ ਦੇ ਵਿੱਚ ਇਹਦੇ ਸਾਈਜ਼ ਦੀਆਂ ਲੱਗੀਆਂ ਹੋਈਆਂ ਪ੍ਰਾਪਰਟੀਜ਼ ਨੇ ਜੀ, ਉਹ ਉਹਨਾਂ ਦੇ ਮੁਕਾਬਲੇ ਲੋਐਸਟ ਪ੍ਰਾਈਸ ਤੇ ਇਹ ਪ੍ਰਾਪਰਟੀ ਲਾਈ ਹੈ ਜੀ। ਮਤਲਬ ਬਹੁਤ ਹੀ ਇਹਦਾ ਅਟਰੈਕਟਿਵ ਪ੍ਰਾਈਸ ਪੁਆਇੰਟ ਹੈ ਇਸ ਪ੍ਰਾਪਰਟੀ ਦਾ ਵੀ। ਮਤਲਬ ਜੇ ਆਪਣੇ ਕੋਈ ਵੀ ਦਰਸ਼ਕ ਇਸ ਪ੍ਰਾਪਰਟੀ ਦੇ ਵਿੱਚ ਇੰਟਰਸਟਡ ਹੋਣ। ਇੱਕ ਜਿਹੜੀ ਤੀਸਰੀ ਪ੍ਰਾਪਰਟੀ ਹੈ ਢਿੱਲੋਂ ਸਾਹਿਬ ਤੁਹਾਨੂੰ ਦੱਸਦੇ ਨੇ, ਇਹ ਸਾਡੇ ਸਟੇਟ ਲਾਟ ਹੈ ਇਹ ਕੁਈਨ ਔਰ ਮਿਸੀਸਾਗਾ ਰੋਡ ਦੇ ਏਰੀਆ ਦੇ ਵਿੱਚ ਹਟਨਵਿਲ ਕਰਕੇ ਇੱਕ ਕਮਿਊਨਿਟੀ ਹੈ ਜਿੱਥੇ ਕਿ ਸਾਰੇ ਹੀ ਸਟੇਟ ਲਾਟਸ ਨੇ, 1 ਏਕੜ 2 ਏਕੜ 3 ਏਕੜ ਦੇ ਲਾਟਸ ਨੇ। ਸ਼ਹਿਰ ਦੇ ਵਿੱਚ ਇਹ ਲਾਟ ਖਾਸ ਕਰਕੇ ਵੈਸਟ ਸਾਈਡ ਦੇ ਉੱਤੇ ਬਹੁਤ ਘੱਟ ਨੇ। ਈਸਟ ਸਾਈਡ ਦੇ ਉੱਤੇ ਕੈਸਲ ਮੋਰ ਦੇ ਵਿੱਚ ਕਾਫੀ ਆਪਸ਼ਨਸ ਅਵੇਲੇਬਲ ਨੇ, ਲੇਕਿਨ ਵੈਸਟ ਸਾਈਡ ਦੇ ਵਿੱਚ ਸਿਰਫ ਇਹੀ ਮੈਨੂੰ ਲੱਗਦਾ ਕਿ ਇੱਕ ਪਾਕਟ ਹੈਗੀ ਹੈ ਜਿਹੜੀ ਕਿ ਇੱਥੇ ਸਟੇਟ ਲਾਟਸ ਅਵੇਲੇਬਲ ਨੇ। ਔਰ ਕਨੈਕਟੀਵਿਟੀ ਬਹੁਤ ਵਧੀਆ ਕਿਉਂਕਿ ਮਿਸੀਸਾਗਾ ਰੋਡ ਔਰ ਕੁਈਨ ਦਾ ਇੰਟਰਸੈਕਸ਼ਨ 407 401 ਕੋਈ ਬਹੁਤੀ ਦੂਰ ਨਹੀਂ ਹੈਗਾ। ਸਾਰੀਆਂ ਸੁੱਖ ਸਹੂਲਤਾਂ ਨੇੜੇ ਨੇ। ਤੁਹਾਨੂੰ ਸ਼ਹਿਰ ਤੋਂ ਬਹੁਤ ਦੂਰ ਜਾ ਕੇ ਬਾਹਰ ਕਿਤੇ ਸਟੇਟ ਹੋਮ ਬਣਾਉਣ ਦੀ ਲੋੜ ਨਹੀਂ। ਸ਼ਹਿਰ ਦੇ ਵਿੱਚ ਹੀ ਜਿਹੜਾ ਤੁਹਾਡੇ ਕੋਲ ਆਪਸ਼ਨ ਅਵੇਲੇਬਲ ਹੈ। ਜੇ ਤੁਸੀਂ ਇਹੋ ਜੀ ਕੋਈ ਪ੍ਰਾਪਰਟੀ ਦੇਖ ਰਹੇ ਸੀਗੇ ਤਾਂ ਇਹ ਤੁਹਾਡੇ ਵਾਸਤੇ ਬਹੁਤ ਵਧੀਆ ਪ੍ਰਾਪਰਟੀ ਹੈ। ਘਰ ਨੂੰ ਵੀ ਕਾਫੀ ਰੈਨੋਵੇਟ ਕੀਤਾ ਗਿਆ ਹਾਈ ਐਂਡ ਫਿਨਿਸ਼ਸ ਦੇ ਨਾਲ। 3 ਕਾਰ ਗਰਾਜ ਹੈਗਾ ਆ ਔਰ 1 ਏਕੜ ਤੋਂ ਉੱਪਰ ਦਾ ਇਹ ਲਾਟ ਆ। ਸੋ ਇਹਦੇ ਬਾਰੇ ਵੀ ਸਾਨੂੰ ਸੰਪਰਕ ਕੀਤਾ ਜਾ ਸਕਦਾ।
ਹੁੰਦਾ ਇਹਦੇ ਨਾਲ ਮੈਂ ਇੱਕ ਕਮਰਸ਼ੀਅਲ ਐਕਸਕਲੂਸਿਵ ਬਿਜ਼ਨਸ ਫॉर ਸੇਲ ਸਾਡੇ ਕੋਲ ਬੈਂਕੁਏਟ ਹਾਲ ਦਾ ਆਇਆ ਜੀ ਜੇ ਕੋਈ ਸਾਡੇ ਭੈਣ ਭਰਾ ਬੈਂਕੁਏਟ ਹਾਲ ਦਾ ਬਿਜ਼ਨਸ ਵੈਸਟ ਬ੍ਰੈਂਪਟਨ ਦੇ ਵਿੱਚ ਲੱਭ ਰਹੇ ਨੇ ਤੇ ਉਹਨਾਂ ਵਾਸਤੇ ਬਹੁਤ ਅੱਛੀ ਓਪਰਚੁਨਿਟੀ ਹੈ ਬਹੁਤ ਹੀ ਵਧੀਆ ਬਣਿਆ ਹੋਇਆ ਇਹ ਬੈਂਕੁਏਟ ਹਾਲ ਔਰ ਬਹੁਤ ਅੱਛੀ ਲੋਕੇਸ਼ਨ ਤੇ ਇਹਦੇ ਬਾਰੇ ਚ ਵੀ ਸਾਡੇ ਆਫਿਸ ਦੇ ਵਿੱਚ ਸੰਪਰਕ ਕਰਕੇ ਮੇਰੇ ਨਾਲ ਗੱਲ ਕੀਤੀ ਜਾ ਸਕਦੀ ਹੈ ਤੁਹਾਡੀ ਰੀਅਲ ਸਟੇਟ ਸੰਬੰਧੀ ਕੋਈ ਵੀ ਜ਼ਰੂਰਤ ਹੋਵੇ ਚਾਹੇ ਉਹ ਰੀਸੇਲ ਰੀਅਲ ਸਟੇਟ ਦੇ ਵਿੱਚ ਹੋਵੇ ਚਾਹੇ ਪ੍ਰੀ ਕੰਸਟਰਕਸ਼ਨ ਜਾਂ ਕਮਰਸ਼ੀਅਲ ਇੰਡਸਟਰੀਅਲ ਕੋਈ ਬਿਜ਼ਨਸ ਬਾਏ ਕਰਨਾ ਹੋਵੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਆਫਿਸ 268 ਡੈਰੀ ਰੋਡ ਵੈਸਟ ਜੋ ਕਿ ਡੈਰੀ ਔਰ ਮੈਕਲੌਗਲਨ ਦੇ ਇੰਟਰਸੈਕਸ਼ਨ ਤੇ ਵਾਕਿਆ ਹੈ 7 ਦਿਨ ਸਾਡਾ ਆਫਿਸ ਖੁੱਲਾ ਹੁੰਦਾ ਹੈ ਕਿਸੇ ਵੇਲੇ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਹੋ ਅਪਾਇੰਟਮੈਂਟ ਬਣਾ ਕੇ ਸਾਡੇ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਹੋ ਇੱਕ ਗੱਲ ਦਾ ਅਸੀਂ ਜ਼ਰੂਰ ਦਾਅਵਾ ਕਰਦੇ ਹਾਂ ਕਿ ਸਾਡੇ ਨਾਲ ਕੀਤੀ ਹੋਈ ਮੁਲਾਕਾਤ ਤੁਹਾਨੂੰ ਡੈਫੀਨਿਟਲੀ ਇੱਕ ਚੰਗਾ ਡਿਸੀਜਨ ਬਣਾਉਣ ਦੇ ਵਿੱਚ ਹੈਲਪ ਕਰੇਗੀ ਔਰ ਤੁਹਾਡੇ ਹਜ਼ਾਰਾਂ ਨਹੀਂ ਲੱਖਾਂ ਡਾਲਰ ਦੀ ਸੇਵਿੰਗ ਹੋ ਸਕਦੀ ਹੈ ਜੀ ਸਰ ਅਖੀਸ਼ ਤੁਸੀਂ ਕੁਝ ਸਰ ਜੀ ਮੈਂ ਲਾਸਟ ਦੇ ਵਿੱਚ ਇੱਕ ਹੋਰ ਪ੍ਰਾਪਰਟੀ ਬਾਰੇ ਦੱਸਣਾ ਚਾਹਾਂਗਾ ਇੱਕ ਸਾਡੇ ਕੋਲ ਨਾ ਵੇਅਰ ਹਾਊਸ ਆਇਆ ਜੀ ਸੇਲ ਤੇ ਅੱਜ ਹੀ ਉਹ ਇਹ 8900 ਸਕੁਅਰ ਫੀਟ ਹੈ ਜੀ 8900 ਸਕੁਅਰ ਫੀਟ ਇਹ ਵੀ ਬ੍ਰੈਂਪਟਨ ਵੈਸਟ ਦੇ ਵਿੱਚ ਇੱਕ ਜਿਹੜੀ ਨਵੀਂ ਬਿਲਡਿੰਗ ਬਣੀ ਆ ਜਿੱਥੇ ਕਿ ਐਮਾਜ਼ਨ ਦਾ ਵੇਅਰ ਹਾਊਸ ਆ ਉਹਦੇ ਨਜ਼ਦੀਕ ਆ ਜੀ ਔਰ ਇਹ ਕਿਉਂਕਿ ਨਵੀਂ ਕੰਸਟਰਕਸ਼ਨ ਆ ਉਹਨਾਂ ਏਰੀਆ ਦੇ ਵਿੱਚ ਵੇਅਰ ਹਾਊਸ ਵਗੈਰਾ ਜ਼ਿਆਦਾ ਮਿਲਦੇ ਨਹੀਂਗੇ ਜੀ ਇਹ 8900 ਜਿਵੇਂ ਕਹ ਲਓ ਕਿ 9000 ਸਕੁਅਰ ਫੀਟ ਦੇ ਕਰੀਬ ਇਹ ਸਪੇਸ ਹੈਗੀ ਆ ਜੀ ਜੇ ਆਪਣੇ ਕੋਈ ਵੀ ਦਰਸ਼ਕ ਉਸ ਏਰੀਆ ਦੇ ਵਿੱਚ ਕੋਈ ਸਪੇਸ ਦੇਖ ਰਹੇ ਆ ਵੇਅਰ ਹਾਊਸ ਦੇਖ ਰਹੇ ਆ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਥੈਂਕ ਯੂ ਸੋ ਮਚ ਸਰ ਸਾਡੇ ਪ੍ਰੋਗਰਾਮ ਚੋਣ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਥੈਂਕ ਯੂ ਸੋ ਦੋਸਤੋ ਇਸੇ ਸਾਡਾ ਪ੍ਰੋਗਰਾਮ ਓਪਨ ਹਾਊਸ ਵਿਦ ਟੀਮ ਅਰੋੜਾ ਰੀਅਲ ਸਟੇਟ ਸੰਬੰਧੀ ਕੋਈ ਵੀ ਸੇਵਾਵਾਂ ਚਾਹੀਦੀਆਂ ਨੇ ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਟੀਮ ਅਰੋੜਾ ਨੂੰ ਕੰਟੈਕਟ ਕਰ ਸਕਦੇ ਹੋ ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ ਦੇਖਦੇ ਰਹੋ ਹਮਦਰਦ ਟੀਵੀ ਸਤਿ ਸ੍ਰੀ ਅਕਾਲ ਫ੍ਰੀ ਦੇ ਵਿੱਚ